ਬਾਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਾਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਮ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਹਾਂਜੀ। ਪੁਨ ਸਿਰ ਪਰ ਤਰ ਚੌਂਪ ਸੋ ਸੁਤ ਸੀਸ ਸੁਹਾਏ। ਕਸਿਓ ਬਿਸ਼ੋਨ ਭਰਿਅੰਕ ਪਰ ਸਨਮਾਨ ਟਿਕਾਏ। ਇਤਿਆਦਿਕ ਬਰ ਦੇ ਗੁਰ ਠਾਂਡੇ ਤਬ ਹੋਏ। ਵਹਿਰ ਚਲਨ ਕੋ ਚਿਤ ਚਹਿਓ ਰਾਨੀ ਦ੍ਰਿਗ ਜੋਏ। ਪੁਨ ਸਿਰ ਪਰ ਤਰ ਚੌਂਪ ਸੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਆਪਣੇ ਪਿਆਰਿਆਂ ਦੀ ਸਦਾ ਹੀ ਇੱਜ਼ਤ ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲੇ, ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ, ਲੋਕ ਪ੍ਰਲੋਕ ਕੇ ਰੱਖਿਅਕ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ। ਧੰਨ ਧੰਨ ਸਤਿਗੁਰੂ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਵਿੱਚ ਬੈਠ ਕੇ ਗੁਰੂ ਜੀ ਦੇ ਸੋਹਣੇ ਦਰਸ਼ਨ ਕਰਨ ਦਾ, ਸੰਗਤ ਕਰਨ ਦਾ, ਕਥਾ ਕੀਰਤਨ ਸੁਣਨ ਦਾ ਸੁਭਾਗ ਭਰਿਆ ਸਮਾਂ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਹੋਇਆ ਹੈ। ਲੜੀਵਾਰ ਕਥਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਆਪਾਂ ਸਰਵਣ ਕਰ ਰਹੇ ਹਾਂ। ਭੰਗਾਣੀ ਦਾ ਜੰਗ ਜਿੱਤਿਆ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ। ਜੰਗ ਜਿੱਤਣ ਤੋਂ ਬਾਅਦ ਪਾਉਂਟਾ ਸਾਹਿਬ ਤੋਂ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਨੂੰ ਜਾ ਰਹੇ ਹਨ। ਰਸਤੇ ਦੇ ਵਿੱਚ ਰਾਏਪੁਰ ਰਾਣੀ ਦੇ ਬੇਨਤੀ ਕਰਨ ਉੱਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਰਾਏਪੁਰ ਦੇ ਵਿੱਚ ਚਰਨ ਪਾਏ ਹਨ ਜੀ। ਰਾਣੀ ਆਪ ਅਗਲਵਾਂਡੀ ਹੋ ਕੇ ਉਹਨੇ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰੇ 'ਤੇ ਕਿਰਪਾ ਕਰੋ, ਮੈਂ ਅਨਾਥ ਹਾਂ, ਗਰੀਬਣ ਹਾਂ, ਨਿਮਾਣੀ ਹਾਂ, ਆਪ ਜੀ ਕਿਰਪਾ ਕਰੋ ਅਤੇ ਮਹਾਰਾਜ ਆਪ ਜੀ ਰਾਏਪੁਰ ਵਿੱਚ ਚਰਨ ਪਾਓ। ਜਿੰਨੀ ਮੇਰੀ ਸਮਰੱਥਾ ਹੈ ਮੈਂ ਆਪਣੀ ਸਮਰੱਥਾ ਮੁਤਾਬਕ ਮਹਾਰਾਜ ਸੇਵਾ ਕਰਨੀ ਚਾਹੁੰਦੀ ਹਾਂ। ਮਹਾਰਾਜ ਜੀ ਨੇ ਉਹਦੇ ਅੰਦਰ ਦਾ ਭਾਵ ਵੇਖਿਆ, ਦੁਖੀ ਸੀਗੀ ਜੀ ਉਹ। ਸੱਚੇ ਪਾਤਸ਼ਾਹ ਮਹਾਰਾਜ ਨੇ ਸਮੇਤ ਫੌਜਾਂ ਦੇ, ਕੁਝ ਫੌਜਾਂ ਤੇ ਆਨੰਦਪੁਰ ਸਾਹਿਬ ਪਹੁੰਚ ਗਈਆਂ ਜੀ ਜਿੰਨੀਆਂ ਮਹਾਰਾਜ ਦੇ ਕੋਲ ਹਨ। ਸਮੇਤ ਫੌਜਾਂ ਦੇ ਸੱਚੇ ਪਾਤਸ਼ਾਹ ਨੇ ਰਾਏਪੁਰ ਦੇ ਵਿੱਚ ਸਾਧ ਸੰਗਤ ਜੀ ਫਿਰ ਪੜਾਅ ਕੀਤਾ ਜੀ। ਵਾਰ-ਵਾਰ ਮਹਾਰਾਜ ਰਾਤ ਰਹੇ ਜੀ। ਅਗਲੇ ਦਿਨ ਰਾਣੀ ਨੇ ਜਿਸ ਸ਼ਰਧਾ ਦੇ ਨਾਲ, ਜਿਸ ਭਾਵਨਾ ਦੇ ਨਾਲ ਸਤਿਗੁਰੂ ਜੀ ਨੂੰ ਪ੍ਰਸ਼ਾਦਾ ਛਕਾਇਆ, ਉਹ ਕਥਾ ਕੱਲ੍ਹ ਆਪ ਜੀ ਨੇ ਸਰਵਣ ਕੀਤੀ ਜੀ। ਬਹੁਤ ਜ਼ਿਆਦਾ ਸੁਮੱਤ ਪ੍ਰਾਪਤ ਹੁੰਦੀ ਹੈ ਜਦੋਂ ਆਪਾਂ ਗੁਰੂ ਜੀ ਦੇ ਇਤਿਹਾਸ ਦੀ ਕਥਾ ਸੁਣਦੇ ਹਾਂ। ਮੈਂ ਬੇਨਤੀ ਕਰਾਂ, ਜ਼ਰੂਰ ਆਪਣੇ ਬੱਚਿਆਂ ਨੂੰ ਕਥਾ ਸੁਣਾਇਆ ਕਰੋ ਜੀ। ਹਾਂ, ਰਾਏਪੁਰ ਦੀ ਰਾਣੀ ਦਾ ਪ੍ਰਸੰਗ ਤੇ ਜ਼ਰੂਰ ਹੀ ਸੁਣਾਉਣਾ ਜੀ,
ਜ਼ਰੂਰ ਸੁਣਾਉਣਾ ਜੀ। ਕਿਸ ਭਾਵਨਾ ਦੇ ਨਾਲ ਰਾਣੀ ਨੇ ਪ੍ਰਸ਼ਾਦਾ ਤਿਆਰ ਕਰਵਾਇਆ ਜੀ। ਆਪ ਵੀ ਸਣ ਕੇ ਸੀ ਇਸ਼ਨਾਨ ਕੀਤਾ। ਜਿੰਨੇ ਰਸੋਈਏ ਸੀ ਸਾਰਿਆਂ ਨੂੰ ਕਿਹਾ ਪਹਿਲਾਂ ਇਸ਼ਨਾਨ ਕਰੋ। ਉਹ ਥਾਂ ਨੂੰ ਧੋਤਾ ਗਿਆ ਜੀ। ਬੜੀ ਸੁਚਤਾ ਦੇ ਨਾਲ, ਬੜੀ ਮਰਿਆਦਾ ਦੇ ਨਾਲ ਤੇ ਚਾਅ ਦੇ ਨਾਲ ਸਤਿਗੁਰੂ ਜੀ ਵਾਸਤੇ ਪ੍ਰਸ਼ਾਦਾ ਤਿਆਰ ਕੀਤਾ ਜੀ। ਤਿੰਨ ਗੱਲਾਂ ਨੇ, ਇੱਕ ਸੁਚਤਾ ਹੈ, ਇੱਕ ਮਰਿਆਦਾ ਹੈ, ਇੱਕ ਚਾਅ ਹੈ ਜੀ। ਸੁਚਤਾ ਤੇ ਬੜੀ ਹੁੰਦੀ, ਅੰਦਰ ਚਾਅ ਨਹੀਂ ਹੁੰਦਾ ਜੀ। ਹਾਂਜੀ, ਭਾਂਡੇ ਸੁੱਚੇ ਵਰਤਣੇ ਹੈ। ਸੁਚਤਾ ਤੇ ਬਹੁਤ ਹੁੰਦੀ ਹੈ, ਪਰ ਅੰਦਰ ਚਾਅ ਨਾ ਹੋਵੇ ਤਾਂ ਵੀ ਗੱਲ ਅਧੂਰੀ ਹੈ ਜੀ। ਅੰਦਰ ਚਾਅ ਤੇ ਬਹੁਤ ਹੈਗਾ ਜੀ, ਪਰ ਮਰਿਆਦਾ ਨਹੀਂ ਹੈਗੀ ਜੀ ਪੂਰੀ, ਤਾਂ ਵੀ ਗੱਲ ਅਧੂਰੀ ਹੈ ਜੀ। ਰਾਣੀ ਨੇ ਮਰਿਆਦਾ ਦਾ ਵੀ ਧਿਆਨ ਰੱਖਿਆ, ਸੁਚਤਾ ਦਾ ਵੀ ਧਿਆਨ ਰੱਖਿਆ, ਤੇ ਸਾਧ ਸੰਗਤ ਜੀ ਉਹਦੇ ਅੰਦਰ ਚਾਓ ਵੀ ਬਹੁਤ ਜੀ। ਬੜੇ ਪਿਆਰ ਨਾਲ ਆਪ ਲਾਗੇ ਖਲੋ ਕੇ ਪ੍ਰਸ਼ਾਦਾ ਤਿਆਰ ਕਰਵਾਇਆ ਜੀ। ਫਿਰ ਮਹਾਰਾਜ ਜੀ ਨੂੰ ਬੇਨਤੀ ਕੀਤੀ, ਗੁਰੂ ਸਾਹਿਬ ਆਪਣੇ ਗੁਰਸਿੱਖਾਂ ਦੇ ਸਮੇਤ ਰਾਣੀ ਦੇ ਕਿਲੇ ਵਿੱਚ ਆਏ ਜੀ। ਰਾਣੀ ਨੇ ਆਪ ਵੀ ਨਮਸਕਾਰ ਕੀਤੀ, ਆਪਣੇ ਪੁੱਤਰ ਨੂੰ ਗੁਰੂ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਵਾਈ ਜੀ। ਉਪਰੰਤ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਸਤੇ ਪ੍ਰਸ਼ਾਦੇ ਦਾ ਥਾਲ ਰੱਖਿਆ ਜੀ। ਹਾਂਜੀ ਸੰਗਤ ਜੀ, ਇਹ ਅੰਦਰ ਦਾ ਚਾਅ ਹੈ ਜੀ। ਮੈਂ ਇੱਕ ਬੇਨਤੀ ਕਰ ਦਿੰਦਾ, ਅਸੀਂ ਇੱਥੇ ਯਤਨ ਕਰਦੇ ਹਾਂ, ਜਿਨ੍ਹਾਂ ਪਲੇਟਾਂ ਵਿੱਚ, ਜਿਨ੍ਹਾਂ ਚਮਚਿਆਂ ਨਾਲ ਅਸੀਂ ਛਕਦੇ ਹਾਂ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਗ ਲਾਉਣਾ ਹੁੰਦਾ ਜੀ, ਪ੍ਰਸ਼ਾਦਾ ਛਕਾਉਣਾ ਹੁੰਦਾ ਜੀ, ਪ੍ਰਵਾਨ ਕਰਾਉਣਾ ਹੁੰਦਾ ਜੀ, ਵੇਖੋ ਅੰਦਰ ਦੀ ਖੇਡ ਹੈ। ਕਈ ਕਹਿੰਦੇ ਪ੍ਰਵਾਨ ਕਰਾਉਣਾ ਜੀ, ਕਈ ਕਹਿੰਦੇ ਭੋਗ ਲਵਾਉਣਾ ਜੀ, ਕਈ ਕਹਿੰਦੇ ਅਸੀਂ ਛਕਾਉਣਾ ਮਹਾਰਾਜ ਨੂੰ। ਹਾਂਜੀ, ਅਸੀਂ ਉਹੋ ਹੀ ਚਮਚਾ ਜਿਹੜਾ ਆਪਣੇ ਮੁੱਖ 'ਚ ਪਾਉਂਦੇ ਹਾਂ, ਉਹਨੂੰ ਪਾਣੀ ਮਾਰ ਕੇ, ਸਰਫ ਮਾਰ ਕੇ ਤੇ ਸਤਿਗੁਰੂ ਜੀ ਦੇ ਅੱਗੇ ਰੱਖ ਦਿੰਦੇ ਜੀ। ਨਹੀਂ ਸੰਗਤ ਜੀ, ਗੁਰੂ ਸਾਹਿਬ ਵਾਸਤੇ ਜਿਵੇਂ ਰੁਮਾਲੇ ਵੱਖਰੇ ਹੈ ਨਾ ਜੀ, ਉਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਬਰਤਨ ਵੀ ਵੱਖਰੇ ਹੋਣੇ ਚਾਹੀਦੇ ਹੈ, ਜਿਨ੍ਹਾਂ ਵਿੱਚ ਮਹਾਰਾਜ ਜੀ ਨੂੰ ਹੀ ਭੋਗ ਲੱਗੇਗਾ ਜੀ। ਸੱਚੇ ਪਾਤਸ਼ਾਹ ਹੀ ਪ੍ਰਸ਼ਾਦਾ ਛਕਣਗੇ ਜੀ। ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜਿੰਨਾ ਕੁਝ ਤੁਸੀਂ ਕਰੀ ਜਾਓਗੇ ਨਾ ਜੀ, ਓਨੇ ਤੁਹਾਨੂੰ ਭਾਗ ਲੱਗੀ ਜਾਣੇ ਆ ਜੀ। ਮੈਂ ਤੁਹਾਡੇ ਸਾਹਮਣੇ ਦਾਸ ਇੱਕ ਉਦਾਹਰਣ ਬੈਠਾ, ਸਾਨੂੰ ਕੋਈ ਨਹੀਂ ਸੀ ਜਾਣਦਾ, ਬਿਲਕੁਲ ਗਰੀਬ ਬੰਦੇ, ਸਤਿਗੁਰੂ ਜੀ ਦੇ ਨਾਲ ਥੋੜ੍ਹਾ ਜਿਹਾ ਹੀ ਪਿਆਰ ਪਾਉਣ ਦਾ ਯਤਨ ਕੀਤਾ, ਗੁਰੂ ਜੀ ਨੇ ਨਿਹਾਲ ਕਰ ਦਿੱਤਾ ਜੀ, ਮਿਹਰਾਂ ਕਰ ਦਿੱਤੀਆਂ। ਤੇ ਸੰਗਤ ਜੀ, ਤੁਸੀਂ ਤੇ ਸਾਡੇ ਤੋਂ ਬਹੁਤ ਚੰਗੇ ਹੋ, ਬਹੁਤ ਚੰਗੇ ਹੋ। ਕਿਉਂ ਇਸ ਗੱਲ ਤੇ ਉੱਤੇ ਸਮਾਂ ਕਿਉਂ ਲਾ ਰਿਹਾ ਜੀ? ਮੈਂ ਅੱਗੋਂ ਸਾਖੀ ਵੀ ਤੋਰ ਸਕਦਾ ਜੀ, ਛੇਤੀ ਛੇਤੀ ਅਰਥ ਕਰਕੇ ਚਲੋ ਜੀ ਕੰਮ ਮੁਕਾ ਦਈਏ ਜੀ। ਨਹੀਂ, ਜਿਨ੍ਹਾਂ ਨੇ ਪ੍ਰਸ਼ਾਦਾ ਛਕਾਉਣਾ ਜੀ, ਉਹਨਾਂ ਦੀ ਵੀ ਜ਼ਿੰਮੇਵਾਰੀ ਹੈ। ਜਿਨ੍ਹਾਂ ਦੇ ਘਰ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਜਾਣੇ ਕੜਾਹ ਪ੍ਰਸ਼ਾਦ ਦੇ ਬਰਤਨ ਰੱਖਦੇ ਹੋ ਤੁਸੀਂ, ਹਾਂਜੀ, ਕੋਈ ਦਾਲ ਭਾਜਾ ਸਬਜ਼ਾ ਪ੍ਰਸ਼ਾਦਾ ਬਣਵਾਉਂਦੇ ਹੀ ਹੋ ਨਾ, ਤੇ ਮਹਾਰਾਜ ਦੇ ਬਰਤਨ ਸੱਚੇ ਪਾਤਸ਼ਾਹ ਦੇ, ਉਹ ਗੁਰੂ ਸਾਹਿਬ ਦੇ ਹੀ ਹੋਣੇ ਚਾਹੀਦੇ ਆ ਜੀ। ਚਲੋ ਆਮ ਘਰਾਂ ਦੀ ਛੱਡੋ, ਗੁਰਦੁਆਰਿਆਂ ਵਿੱਚ ਨਹੀਂ ਇਹ ਕੰਮ ਹੈਗਾ ਜੀ, ਗੁਰਦੁਆਰਿਆਂ 'ਚ ਨਹੀਂ ਹੈਗਾ ਜੀ। ਤਖਤ ਸ੍ਰੀ ਹਜ਼ੂਰ ਸਾਹਿਬ, ਹਾਂਜੀ, ਮਹਾਰਾਜ ਜੀ ਦੇ ਗਲਾਸ ਵੀ ਵੱਖਰੇ, ਗੁਰੂ ਜੀ ਦਾ ਥਾਲਾ ਵੀ ਵੱਖਰਾ, ਗੁਰੂ ਜੀ ਦਾ ਚਮਚਾ ਵੀ ਵੱਖਰਾ, ਸੋਨੇ ਦਾ ਗਲਾਸ ਰੱਖਿਆ ਮਹਾਰਾਜ ਵਾਸਤੇ ਜੀ ਉਹਨਾਂ ਨੇ, ਜਿਹਦੇ 'ਚ ਜਲ ਛਕਾਉਣਾ ਜੀ। ਹਾਂਜੀ, ਤੇ ਅਸੀਂ ਜਦੋਂ ਜਲ ਛਕਾਉਂਦੇ ਹਾਂ, ਉਹ ਗਲਾਸ 'ਚ ਆਪ ਪਾਣੀ ਪੀਂਦੇ ਹੁੰਦੇ ਆ, ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਵੀ ਉਹ ਗਲਾਸ ਰੱਖ ਦਿੰਦੇ ਜੀ, ਵੀ ਛਕੋ ਮਹਾਰਾਜ ਤੁਸੀਂ। ਇਹ ਨਹੀਂ ਵੀ ਮਹਾਰਾਜ ਛਕਣਗੇ ਨਹੀਂ, ਛਕ ਤਾਂ ਲੈਣਗੇ, ਪਰ ਸਾਡੀ ਸ਼ਰਧਾ ਫਿਰ ਕੀ ਹੋਈ ਜੀ, ਸਾਡੀ ਭਾਵਨਾ ਕੀ ਹੋਈ? ਇੱਕ ਬਹੁਤ ਵੱਡੇ ਬੰਦਗੀ ਕਰਨ ਵਾਲੇ ਮਹਾਂਪੁਰਖ ਰੱਬ ਦੇ ਪਿਆਰੇ ਬੈਠੇ ਜੀ, ਜੰਗਲ 'ਚ ਬੰਦਗੀ ਕਰਦੇ ਸੀ। ਇੱਕ ਨਾਲ ਸਾਥੀ ਸੀਗਾ ਜੀ ਉਹਨਾਂ ਦੇ,
ਤੇ ਪਟਿਆਲੇ ਦਾ ਮਹਾਰਾਜਾ ਉਹਨਾਂ ਮਹਾਂਪੁਰਖਾਂ ਦੇ ਦਰਸ਼ਨ ਕਰਨ ਵਾਸਤੇ ਆਇਆ। ਪਟਿਆਲੇ ਦਾ ਮਹਾਰਾਜਾ ਜਦੋਂ ਆਇਆ ਤੇ ਮਹਾਂਪੁਰਖਾਂ ਨੇ ਆਪਣੇ ਸੇਵਾਦਾਰ ਨੂੰ, ਨਾਲ ਦੇ ਸਾਥੀ ਨੂੰ ਕਿਹਾ ਵੀ ਇਹਨੂੰ ਚਾਹ ਪਿਆਓ। ਤੇ ਸਾਧ ਸੰਗਤ ਜੀ, ਪੀਪੇ ਨੂੰ ਕੱਟ ਕੇ ਨਾ, ਪੀਪੇ ਨੂੰ ਕੱਟ ਕੇ ਤੇ ਫਰਾਈ ਪੀਨ ਬਣਾ ਕੇ, ਉਹਦਾ ਜੀ ਭਾਂਡਾ ਚਾਹ ਵਾਲਾ ਬਣਾ ਕੇ ਉਹਦੇ 'ਚ ਚਾਹ ਧਰੀ ਦੀ, ਉਹਨੂੰ ਚਾਹ ਪਿਆਈ ਤੇ ਬਿਲਕੁਲ ਛੋਟਾ ਜਿਹਾ ਕੱਪ ਟੁੱਟਾ ਜਿਹਾ, ਉਹਦੇ ਵਿੱਚ ਚਾਹ ਪਿਆਈ ਦੀ ਉਹਨੂੰ ਜੀ। ਉਸ ਪਟਿਆਲੇ ਦੇ ਮਹਾਰਾਜੇ ਨੇ ਵੇਖਿਆ ਇੰਨਾ ਵੱਡਾ ਜਪੀ ਤਪੀ ਬੰਦਗੀ ਕਰਨ ਵਾਲਾ ਬੰਦਾ ਤੇ ਸਾਧਨ ਹੀ ਨਹੀਂ ਕੋਈ ਹੈਗਾ ਜੀ, ਸਾਧਨ ਹੀ ਨਹੀਂ ਹੈਗਾ। ਉਹ ਅਗਲੇ ਦਿਨ ਫੇਰ ਆਇਆ ਜੀ, 50 ਚਾਂਦੀ ਦੇ ਥਾਲ ਲੈ ਕੇ, 50 ਕੌਲੀਆਂ ਤੇ 50 ਚਮਚ ਲੈ ਕੇ ਆਇਆ ਚਾਂਦੀ ਦੇ, ਵੀ ਮਹਾਂਪੁਰਖਾਂ ਨੂੰ ਭੇਟ ਕਰਨਾ। ਇੰਨੀ ਬਾਣੀ ਪੜ੍ਹਦੇ, ਇੰਨਾ ਨਾਮ ਜਪਦੇ ਹੈ, ਪਦਾਰਥ ਤੇ ਵਧੀਆ ਹੋਣੇ ਚਾਹੀਦੇ ਆ ਨਾ। ਸਭ ਕੁਝ ਲੈ ਕੇ ਆਇਆ ਤੇ ਮਹਾਂਪੁਰਖ ਰੱਬ ਦੇ ਪਿਆਰੇ ਨਾ ਜੀ, ਉਹਨਾਂ ਨੇ ਇੱਕ ਚਾਂਦੀ ਦਾ ਥਾਲ, ਇੱਕ ਕੌਲੀ ਤੇ ਇੱਕ ਚਮਚਾ ਰੱਖਿਆ ਜੀ, ਬਾਕੀ ਰਾਜੇ ਨੂੰ ਮੋੜ ਦਿੱਤੇ ਜੀ। ਕਹਿਣ ਲੱਗਾ ਬਾਕੀ ਵੀ ਰੱਖ ਲਓ, ਕਹਿੰਦੇ ਨਹੀਂ। ਕਹਿੰਦੇ ਰਾਜੇ ਇੱਕ ਵੀ ਅਸੀਂ ਆਪਣੇ ਲਈ ਨਹੀਂ ਰੱਖਿਆ। ਜਦੋਂ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਦਾ ਮੌਕਾ ਮਿਲਿਆ ਨਾ, ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਹਨਾਂ ਭਾਂਡਿਆਂ 'ਚ ਪ੍ਰਸ਼ਾਦਾ ਛਕਾਵਾਂਗੇ, ਕਹਿਣ ਲੱਗੇ, ਆਪਣੇ ਲਈ ਨਹੀਂ ਰੱਖਿਆ ਜੀ। ਇਹ ਬਾਬਾ ਆਨੰਦ ਸਿੰਘ ਜੀ ਦੀ ਗੱਲ ਹੈ, ਨਾਨਕਸਰ ਵਾਲਿਆਂ ਦੀ ਜੀ। ਤੇ ਜੈ-ਜੈਕਾਰਾਂ ਹੈਗੀਆਂ ਕਿ ਨਹੀਂ ਹੈਗੀਆਂ ਜੀ? ਪੂਰੀਆਂ ਜੈ-ਜੈਕਾਰਾਂ ਜੀ। ਬੰਦਾ ਚਾਹੁੰਦਾ ਮੈਨੂੰ ਸੁੱਖ ਮਿਲੇ, ਮੇਰੀ ਵੀ ਇੱਜ਼ਤ ਹੋਵੇ, ਸਨਮਾਨ ਹੋਵੇ, ਵਡਿਆਈ ਹੋਵੇ, ਪਰ ਸਤਿਗੁਰੂ ਜੀ ਦੇ ਬਾਰੇ ਵੀ ਇੰਨਾ ਕੁਝ ਕਰਨਾ ਚਾਹੀਦਾ ਜੀ। ਗੁਰੂ ਸਾਹਿਬ ਬੜੀਆਂ ਰਹਿਮਤਾਂ ਕਰਦੇ, ਬੜੀਆਂ ਬਖਸ਼ਿਸ਼ਾਂ ਕਰਦੇ ਆ ਜੀ। ਰੱਬ ਮਿਹਰ ਕਰੇ, ਤੁਹਾਡੇ ਘਰ ਸੁੱਖਾਂ ਦਾ ਸਮਾਂ ਬਣੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਉਣ, ਜਿਵੇਂ ਰਾਣੀ ਨੇ ਸੇਵਾ ਕੀਤੀ ਉਵੇਂ ਸੇਵਾ ਕਰਨੀ ਤੇ ਮਹਾਰਾਜ ਦੀ। ਉਰੋਂ ਤੇ ਰਿਸ਼ਤੇਦਾਰੀਆਂ 'ਚ ਹੀ ਇੰਨਾ ਕੁ ਲੋਕੀ ਪਏ ਹੁੰਦੇ ਆ, ਕੌਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੇਖਦਾ ਜੀ? ਉਦੋਂ ਨਹੀਂ ਜੀ। ਇਹ ਬੜੇ ਪਿਆਰ ਦਾ ਵਿਸ਼ਾ, ਬੜੇ ਸਤਿਕਾਰ ਦਾ ਵਿਸ਼ਾ ਜੀ। ਆਖੋ ਪਿਆਰ ਨਾਲ ਵਾਹਿਗੁਰੂ ਵਾਹਿਗੁਰੂ। ਫਿਰ ਕਹੋ ਵਾਹਿਗੁਰੂ ਵਾਹਿਗੁਰੂ। ਪੱਕਾ ਹੀ ਇਹ ਗੱਲ ਕਰ ਲਓ ਵੀ ਮਹਾਰਾਜ ਵਾਸਤੇ ਬਰਤਨ ਵੱਖਰੇ ਹੋਣੇ ਚਾਹੀਦੇ ਆ, ਸਤਿਗੁਰੂ ਜੀ ਦੇ ਵਾਸਤੇ, ਸਤਿਗੁਰੂ ਜੀ ਦੇ ਵਿਸ਼ੇਸ਼। ਰਾਣੀ ਨੇ ਬੜੇ ਪਿਆਰ ਨਾਲ ਮਹਾਰਾਜ ਜੀ ਨੂੰ ਪ੍ਰਸ਼ਾਦਾ ਛਕਾਇਆ ਜੀ। ਤੁਸੀਂ ਹੋਰ ਰੁਮਾਲੇ ਜੂ ਇੰਨੇ ਚੜਾਉਂਦੇ ਚ ਗੁਰਦੁਆਰਿਆਂ 'ਚ, ਇੰਨੇ ਰੁਮਾਲੇ ਲੋਕ ਚੜਾਉਂਦੇ ਆ, ਤੇ ਕਿਤੇ ਆਪਣੇ ਗੁਰੂ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਬਰਤਨ ਹੀ ਵੱਖਰੇ ਚੜਾ ਦਿਓ। ਇੱਧਰ ਨਹੀਂ ਕੋਈ ਧਿਆਨ ਦਿੰਦਾ ਵੀ ਕੜਾਹ ਪ੍ਰਸ਼ਾਦ ਵਾਸਤੇ ਬਾਟੇ ਚੜਾ ਦਿਓ, ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦੇਗ ਦਾ ਭੋਗ ਲੱਗਣਾ, ਦੇਗ ਪ੍ਰਵਾਨ ਕਰਾਉਣੀ ਹੈ, ਤੇ ਮਹਾਰਾਜ ਨੂੰ ਬਾਟੇ ਨਵੇਂ ਚੜਾ ਦਈਏ ਜੀ। ਮਹਾਰਾਜ ਆਪ ਜੀ ਦੇ ਬਾਟੇ ਹੈ। ਲੰਗਰ ਦਾ ਭੋਗ ਲੱਗਣਾ, ਵਧੀਆ ਬਰਤਨ ਚੜਾ ਦਈਏ ਜੀ। ਹਾਂਜੀ, ਰੁਮਾਲੇ ਸਾਹਿਬਾਂ ਦੇ ਤਾਂ ਢੇਰਾਂ ਦੇ ਢੇਰ ਲੱਗੇ ਸਾਧ ਸੰਗਤ ਜੀ, ਕੋਈ ਅੰਤ ਨਹੀਂ ਜੀ। ਸਭ ਕੁਝ ਗੁਰੂ ਸਾਹਿਬ ਜੀ ਨੂੰ ਚਾਹੀਦਾ ਜੀ। ਜੋ ਦਈ ਚੱਲੋਗੇ ਉਹ ਲਈ ਚੱਲੋਗੇ। ਆਖੋ ਸ੍ਰੀ ਵਾਹਿਗੁਰੂ। ਜੋ ਦਈ ਚੱਲੋਗੇ ਉਹ ਲਈ ਚੱਲੋਗੇ। 8ਵੇਂ ਪਾਤਸ਼ਾਹ ਦਾ ਗੁਰਪੁਰਬ ਮਨਾਇਆ ਜਾ ਰਿਹਾ ਸੀ ਕਿਤੇ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ 8ਵੇਂ ਪਾਤਸ਼ਾਹ ਜੀ ਦਾ ਗੁਰਪੁਰਬ ਮਨਾਇਆ ਜਾ ਰਿਹਾ ਸੀ, ਤੇ ਸੰਗਤਾਂ ਵਾਸਤੇ ਰਿਫਾਈਨਡ ਵਿੱਚ ਪੂੜੇ ਬਣਾਏ ਜੀ ਉਹਨਾਂ ਨੇ। ਤੇ ਜਿਨ੍ਹਾਂ ਦੇ ਘਰ ਪ੍ਰੋਗਰਾਮ ਸੀ ਉਹਨਾਂ ਦੀ ਆਪਣੀ ਡੇਅਰੀ ਸੀਗੀ ਜੀ, ਖੁੱਲਾ ਘਿਓ ਮੱਖਣ ਸੀਗਾ ਜੀ।
5-6 ਭਰਾ ਤੇ 5-6 ਦੀਆਂ ਡੇਅਰੀਆਂ ਜੀ, ਟੰਡੇਰ ਪਿੰਡ ਜੀ। ਤੇ ਰਿਫਾਈਨਡ ਵਿੱਚ ਪੂੜੇ ਬਣਾਤੇ ਉਹਨਾਂ ਨੇ। ਤੇ ਇੱਕ ਗੁਰਮੁਖ ਪਿਆਰਾ ਉਹਨਾਂ ਨੂੰ ਬੜਾ ਤਾੜਨਾ ਕਰੇ, ਇਹ ਤੁਸੀਂ ਚੰਗਾ ਨਹੀਂ ਕੀਤਾ ਹੈ, ਰਿਫਾਈਨਡ ਵਾਲੇ ਪੂੜੇ ਬਣਾਤੇ, ਸੰਗਤ ਨੂੰ ਰਿਫਾਈਨਡ ਵਾਲੇ ਛਕਾਤੇ। ਮੈਂ ਆਪਣੇ ਮਨ 'ਚ ਸੋਚਿਆ ਵੀ ਇਹ ਇੰਨੀ ਤਾੜਨਾ ਕਿਉਂ ਕਰਨ ਦੇ ਹੈ। ਜੋ ਸਮਰੱਥਾ ਸੀ ਉਹ ਕਰ ਲਿਆ ਉਹਨਾਂ ਨੇ। ਫਿਰ ਮੈਂ ਪੁੱਛ ਹੀ ਲਿਆ ਜੀ, ਮੈਂ ਕਿਹਾ ਇੰਨੀਆਂ ਝਿੜਕਾਂ ਮਾਰਨ ਦੀ ਕੀ ਲੋੜ ਹੈਗੀ ਹੈ। ਕਹਿੰਦੇ ਗਿਆਨੀ ਜੀ ਇਹਨਾਂ ਦੀਆਂ ਡੇਅਰੀਆਂ ਹੈਗੀਆਂ, ਦੇਸੀ ਘਿਓ ਇਹਨਾਂ ਦਾ ਆਪਣਾ। ਕਹਿੰਦੇ ਅਸੀਂ ਐਵੇਂ ਨਹੀਂ ਕਰਨੇ, ਹੁਣ ਸੰਗਤ ਨੂੰ ਰਿਫਾਈਨਡ ਦਾ ਛਕਾਉਣਗੇ ਤੇ ਗਾਂ ਰਿਫਾਈਨਡ ਦਾ ਹੀ ਮਿਲੂਗਾ। ਕਹਿਣ ਲੱਗੇ ਅੱਗੇ ਵੀ ਤਾਂ ਜਾਣਾ ਨਾ, ਕਹਿਣ ਲੱਗੇ ਜੇ ਹੁਣ ਵਧੀਆ ਵਸਤੂ ਛਕਾਉਣਗੇ ਤੇ ਗਾਂ ਇਹਨਾਂ ਨੂੰ ਵੀ ਵਧੀਆ ਮਿਲਣਗੀਆਂ। ਜਿਹੋ ਜੀ ਛਕਾਓਗੇ ਉਹੋ ਜੀ ਖਾਓਗੇ। ਇਸ ਕਰਕੇ ਸੰਗਤ ਜੀ ਜੇ ਖੁਸ਼ੀ ਲੈਣੀ ਹੈ ਤੇ ਸ਼ਰਧਾ ਚਾਹੀਦੀ ਹੈ, ਭਾਵਨਾ ਚਾਹੀਦੀ ਹੈ। ਹੁਣ ਪ੍ਰਸੰਗ ਆਪਾਂ ਅੱਗੇ ਤੋਰਨਾ, ਬੜੇ ਬੜੇ ਐਸੇ ਗੁਰਸਿੱਖ ਨੇ ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪ੍ਰਤੱਖ ਕਰਕੇ ਜਾਣਿਆ। ਤੇ ਸੰਗਤ ਜੀ ਉਹਨਾਂ ਦੇ ਘਰਾਂ 'ਚ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੇ ਤੇ ਬੜੀ ਸੇਵਾ ਕਰਦੇ ਜੀ, ਬੜੀ ਸੇਵਾ ਕਰਦੇ ਜੀ ਮਹਾਰਾਜ ਦੀ। ਮਹਾਰਾਜ ਦੇ ਚਮਚੇ, ਥਾਲੀਆਂ, ਗਲਾਸ, ਹੌਟ ਕੇਸ, ਸਾਰੀਆਂ ਚੀਜ਼ਾਂ ਵੱਖੋ ਵੱਖਰੀਆਂ ਰੱਖੀਆਂ। ਤੇ ਮੇਰਾ ਵੀ ਬੜੀਆਂ ਫਿਰ ਉਹਨਾਂ ਦੇ ਉੱਤੇ ਜੀ, ਉਹਨਾਂ ਉੱਤੇ ਮਿਹਰਾਂ ਵੀ ਬੜੀਆਂ, ਉਹਨਾਂ ਉੱਤੇ ਕਿਰਪਾ ਵੀ ਬੜੀ ਹੈ। ਕਿਉਂ? ਉਹਨਾਂ ਗੁਰੂ ਸਾਹਿਬ ਨੂੰ ਪ੍ਰਤੱਖ ਕਰਕੇ ਜਾਣਿਆ ਜੀ। ਸਤਿਗੁਰ ਦਿਓ ਪ੍ਰਤੱਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ। ਆਖੋ ਸ੍ਰੀ ਵਾਹਿਗੁਰੂ। ਰਾਣੀ ਨੇ ਬੜੀ ਸ਼ਰਧਾ ਨਾਲ ਸੇਵਾ ਕੀਤੀ ਮਹਾਰਾਜ ਦੀ, ਇੰਨੀ ਸ਼ਰਧਾ ਨਾਲ ਸੇਵਾ ਕੀਤੀ, ਇੰਨੇ ਪ੍ਰੇਮ ਨਾਲ ਸੇਵਾ ਕੀਤੀ। ਸੰਗਤ ਜੀ ਸੱਚੇ ਪਾਤਸ਼ਾਹ ਮਹਾਰਾਜ ਪ੍ਰਸੰਨ ਹੋਏ। ਰਾਣੀ ਨੇ ਆਪਣਾ ਪੁੱਤ ਮਹਾਰਾਜ ਦੇ ਚਰਨਾਂ 'ਚ ਰੱਖਤਾ। ਕਹਿਣ ਲੱਗੀ ਮਹਾਰਾਜ ਤੁਰਕਾਂ ਦਾ ਰਾਜ ਹੈ, ਰਾਜਾ ਚੜ੍ਹਾਈ ਕਰ ਗਿਆ, ਕੱਲਾ ਇਹੋ ਹੀ ਹੈ, ਮੈਨੂੰ ਖਦਸ਼ਾ ਹੈ ਰਾਜੇ ਨੂੰ ਮਾਰ ਨਾ ਦੇਣ, ਰਾਜ ਭਾਗ ਖੋਹ ਨਾ ਲੈਣ ਸਾਡਾ। ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ। ਮਹਾਰਾਜ ਕਹਿਣ ਲੱਗੇ ਹੋਏ ਪ੍ਰਸੰਨ ਸ਼੍ਰੀ ਪ੍ਰਭ ਕਹਿਓ ਸਿਰ ਕੇਸ ਰਖੀਜੈ। ਰਾਣੀ ਇਸ ਬੱਚੇ ਦੇ ਕੇਸ ਨਹੀਂ ਕਦੀ ਕਟਾਉਣੇ। ਕਹਿਣ ਲੱਗੇ ਕੇਸ ਨਾ ਕਟਾਈ, ਰਾਖੀ ਗੁਰੂ ਨਾਨਕ ਸਾਹਿਬ ਕਰਨਗੇ। ਕਹਿਣ ਲੱਗੇ ਸ਼ਸਤਰ ਵਿਦਿਆ ਸਿਖਾ, ਸਿਰ ਤੇ ਕੇਸ ਰਖਾ, ਤੇ ਇਹਦੇ ਨਾਮ ਦੇ ਮਗਰ ਸਿੰਘ ਲਾਉਣਾ ਹੀ। ਕੱਲ ਵੀ ਬੇਨਤੀ ਕੀਤੀ ਸੀ, ਉਦੋਂ ਅਜੇ ਅੰਮ੍ਰਿਤ ਸੰਚਾਰ ਨਹੀਂ ਸੀ ਕਰਾਇਆ ਮਹਾਰਾਜ ਨੇ, ਪਰ ਇਹ ਮਰਿਆਦਾ ਪਹਿਲਾਂ ਹੀ ਮਹਾਰਾਜ ਨੇ ਲਾਗੂ ਕਰਨੀ ਸ਼ੁਰੂ ਕਰ ਦਿੱਤੀ ਸੀ। ਤੇ ਨਾਮ ਦੇ ਮਗਰ ਲਾਈ ਸਿੰਘ, ਗੁਰੂ ਵਾਲਾ ਬਣਾਈ। ਸਮੇਂ ਨਾਲ ਸਾਡੇ ਸਿੱਖਾਂ ਦਾ, ਖਾਲਸੇ ਦਾ ਰਾਜ ਹੋਏਗਾ। ਮਹਾਰਾਜ ਕਹਿਣ ਲੱਗੇ ਤੁਹਾਡਾ ਰਾਜ ਵਧੇਗਾ, ਫੁੱਲੇਗਾ। ਇੱਕ ਸ਼ਸਤਰ ਤਲਵਾਰ, ਇੱਕ ਢਾਲ ਦਿੱਤੀ ਮਹਾਰਾਜ ਨੇ। ਰਾਣੀ ਨੇ ਉਹ ਲੈ ਲਿਆ ਤੇ ਇੱਕ ਵਧੀਆ ਪਲੰਘਾ ਬਣਾ ਕੇ ਉਹ ਸਭ ਵਸਤੂਆਂ ਸਥਾਪਿਤ ਕੀਤੀਆਂ। ਮਹਾਰਾਜ ਕਹਿੰਦੇ ਸਾਡੇ ਸ਼ਸਤਰਾਂ ਦੀ ਪੂਜਾ ਕਰਿਆ ਕਰਿਓ, ਸਨਮਾਨ ਕਰਿਆ ਕਰਿਓ, ਦਰਸ਼ਨ ਕਰਿਆ ਕਰਿਓ। ਕੋਈ ਭੀੜ ਦਾ ਸਮਾਂ ਆ ਬਣੇ, ਇਹਨਾਂ ਸ਼ਸਤਰਾਂ ਅੱਗੇ ਹੱਥ ਜੋੜ ਕੇ ਖਲੋ ਜਾਣਾ। ਕੜਾਹ ਪ੍ਰਸ਼ਾਦ ਦੀ ਦੇਗ ਕਰਨੀ ਤਿਆਰ, ਕਰਿਓ ਅਰਦਾਸ, ਸਾਰੇ ਕੰਮ ਹੋਣਗੇ ਰਾਸ। ਕੋਈ ਕੰਮ ਅਧੂਰਾ ਨਹੀਂ ਰਹੇਗਾ ਜੀ। ਸਾਡੀਆਂ ਤੇ ਮਰਿਆਦਾਵਾਂ ਬੜੀਆਂ ਵਧੀਆ ਨੇ ਜੀ। ਚਲੋ ਗੁਰੂ ਘਰਾਂ 'ਚ ਨਹੀਂ ਸੀ ਫੱਬਦਾ, ਹੁਣ ਗੁਰੂ ਘਰਾਂ 'ਚ ਵੀ ਲੈ ਆਂਦਾ ਵੀ ਕੜਾਹ ਪ੍ਰਸ਼ਾਦ ਸਾਡੀ ਮਰਿਆਦਾ ਸੀ, ਕੇਕ ਸਾਡੀ ਮਰਿਆਦਾ ਨਹੀਂ ਸੀ। ਕੋਈ ਆਪਣੇ ਘਰ ਜੋ ਮਰਜ਼ੀ ਕਰਦਾ ਰਹੇ ਜੀ, ਆਪਣੇ ਘਰ ਜੋ ਮਰਜ਼ੀ ਕਰੇ, ਉਹਦਾ ਘਰ ਹੈ, ਉਹਦੀ ਮਰਜ਼ੀ ਹੈ। ਪਰ ਕੜਾਹ ਪ੍ਰਸ਼ਾਦ ਤੇ ਸਾਡੀ ਮਰਿਆਦਾ, ਕੇਕ ਸਾਡੀ ਮਰਿਆਦਾ ਨਹੀਂ ਸੀ ਹੈਗੀ ਜੀ।
ਆਖੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਫਿਰ ਕਹੋ ਵਾਹਿਗੁਰੂ। ਵਾਹਿਗੁਰੂ। ਹੁਣ ਹੈਗੀ ਗੱਲ ਵੀ ਕੇਕ ਰੱਖ ਕੇ ਅਰਦਾਸ ਕਰਿਓ ਤੇ ਪੂਰੀ ਹੋ ਜਾਏਗੀ ਤੁਹਾਡੀ ਦੀ ਅਰਦਾਸ। ਹੈ ਗੱਲ ਜੀ ਇਹ ਵੀ ਕੇਕ ਰੱਖਿਓ ਅਰਦਾਸ ਕਰਿਓ ਤੇ ਅਰਦਾਸ ਪੂਰੀ ਹੋ ਜਾਏਗੀ? ਨਹੀਂ, ਕੜਾਹ ਪ੍ਰਸ਼ਾਦ ਦੀ ਦੇਗ ਜੀ। ਕਿਉਂ? ਉਹਦੇ ਵਿੱਚ ਸਭ ਸ਼ੁੱਧ ਚੀਜ਼ਾਂ ਨੇ ਸਾਧ ਸੰਗਤ ਜੀ। ਘਿਓ ਦੇਸੀ ਸ਼ੁੱਧ, ਆਟਾ ਪਵਿੱਤਰ, ਖੰਡ ਪਵਿੱਤਰ ਤੇ ਜਲ ਜੀ। ਹਾਂਜੀ, ਤੇ ਇਹਨਾਂ ਵਿੱਚ ਕੀ ਪਤਾ ਕੀ ਕੀ ਪਾਇਆ ਸਾਧ ਸੰਗਤ ਜੀ? ਕੀ ਪਾਇਆ, ਕਿਵੇਂ ਬਣਿਆ, ਕਿਹਨੇ ਬਣਾਇਆ? ਬੀੜੀ ਪੀਣ ਵਾਲੇ ਨੇ ਬਣਾਇਆ, ਤੰਬਾਕੂ ਖਾਣ ਵਾਲੇ ਨੇ ਬਣਾਇਆ, ਕੀ ਪਤਾ ਕਿਹਨੇ ਬਣਾਇਆ ਜੀ। ਤੇ ਕੜਾਹ ਪ੍ਰਸ਼ਾਦ ਤੇ ਬਾਣੀ ਪੜ੍ਹ ਕੇ ਬਣਾਇਆ ਗਿਆ ਜੀ। ਜਦੋਂ ਬਾਣੀ ਪੜ੍ਹ ਕੇ ਕੜਾਹ ਪ੍ਰਸ਼ਾਦ ਬਣਾਇਆ ਤੇ ਉਹ ਰੱਖ ਕੇ ਅਰਦਾਸ ਕਰੋਗੇ, ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਹੋਵੇਗੀ। ਸੰਗਤ ਜੀ ਬਹੁਤ ਜ਼ਿਆਦਾ ਲੋੜ 'ਚ ਦਿਨੋਂ ਦਿਨ ਨਿਘਾਰ ਆਈ ਜਾਂਦਾ, ਮਰਿਆਦਾ ਛੱਡੀ ਜਾਂਦੇ ਆ, ਨਿਘਾਰ ਆਈ ਜਾਂਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਇੱਕ ਪਿੰਡ ਗਏ ਨਗਰ ਵਿੱਚ, ਕਹਿੰਦੇ ਮਹਾਰਾਜ ਮੀਂਹ ਨਹੀਂ ਪੈਂਦਾ। ਮਹਾਰਾਜ ਕਹਿਣ ਲੱਗੇ ਕੋਈ ਨਹੀਂ, ਹੁਣੇ ਪੈ ਜਾਂਦਾ। ਮੀਂਹ ਪੈ ਗਿਆ ਜੀ। ਮਹਾਰਾਜ ਹੁਣ ਜੇ ਬਾਅਦ ਵਿੱਚ ਪਵਾਉਣਾ ਹੋਵੇ ਤਾਂ ਕੀ ਕਰੀਏ? ਮਹਾਰਾਜ ਕਹਿਣ ਲੱਗੇ ਮਰਿਆਦਾ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਕਰਿਓ ਤਿਆਰ, 1.25 ਰੁਪਈਆ ਰੱਖਿਓ, ਅਰਦਾਸ ਕਰਿਓ, ਮੀਂਹ ਪੈ ਜਾਇਆ ਕਰੇਗਾ। ਕੇਕ ਰੱਖ ਕੇ ਪਵਾ ਦਿਓ ਮੀਂਹ। ਹਾਂਜੀ, ਵੇਖਾਂਗੇ ਪੈਂਦਾ ਕਿ ਨਹੀਂ ਪੈਂਦਾ ਜੀ। ਆ ਭਗਤ ਜੀ, ਭਗਤ ਗੁਰਕਿਰਪਾਲ ਸਿੰਘ ਜੀ ਗੁਰੂ ਵਾਲੀ ਵਾਲੇ ਜੀ, ਇੱਧਰ ਮੀਂਹ ਨਾ ਪਿਆ ਜੀ ਕਿਤੇ। ਤੇ ਇੱਕ ਮੁਸਲਮਾਨ ਸੀਗਾ ਜੀ, ਪੀਰ ਬਣਿਆ। ਪਿੰਡ ਦੇ ਲੋਕ ਉਹਦੇ ਕੋਲ ਗਏ ਵੀ ਬਾਬਾ ਜੀ ਮੀਂਹ ਨਹੀਂ ਪੈ ਰਿਹਾ। ਉਹਨੇ ਬੁਰੇ ਬੋਲ ਬੋਲੇ ਤੇ ਮਹਾਂਪੁਰਖ ਕਹਿਣ ਲੱਗੇ ਕਿਉਂ ਡਰਦੇ ਚ? ਗੁਰਦੁਆਰਾ ਸਾਡੇ ਕੋਲ ਹੈ, ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਪ੍ਰਕਾਸ਼ਮਾਨ ਨੇ, ਸਾਰੇ ਰਲ ਕੇ ਕਰੋ ਪਾਠ। ਗ੍ਰੰਥੀ ਸਿੰਘ ਨੂੰ ਕਹੋ ਪੂਰੀ ਮਰਿਆਦਾ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਕਰੇ ਅਰਦਾਸ, ਸੁਖਮਣੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰ ਦਿਓ, ਮੀਂਹ ਪੈ ਜਾਏਗਾ। ਗੁਰਵਾਲੀ ਪਿੰਡ ਦੀ ਗੱਲ 'ਚ ਸਾਧ ਸੰਗਤ ਜੀ, ਸੁਖਮਣੀ ਸਾਹਿਬ ਦਾ ਪਿੰਡ ਵਾਲਿਆਂ ਨੇ ਰਲ ਕੇ ਪਾਠ ਕੀਤਾ। ਗ੍ਰੰਥੀ ਸਿੰਘ ਨੇ ਮਰਿਆਦਾ ਨਾਲ ਬਣਾਇਆ ਕੜਾਹ ਪ੍ਰਸ਼ਾਦ ਤੇ ਜਦੋਂ ਅਰਦਾਸ ਕੀਤੀ ਤੇ ਉਸੇ ਵੇਲੇ ਹੁਕਮਨਾਮੇ ਵਿੱਚ ਮੀਂਹ ਪੈਣ ਲੱਗ ਪਿਆ ਜੀ। ਕੋਈ ਕਮਾਈ ਤੇ ਹੋਵੇ ਪੱਲੇ ਜੀ, ਸਭ ਕੁਝ ਹੁੰਦਾ ਜੀ। ਮਰਿਆਦਾ ਮਰਿਆਦਾ ਹੈ। ਕੋਈ ਆਪਣੇ ਘਰ ਜੋ ਮਰਜ਼ੀ ਕਰੇ, ਗੁਰੂ ਘਰ ਤੇ ਮਰਿਆਦਾ ਰਹਿ ਜੇ ਜੀ। ਗੁਰੂ ਘਰ ਤੇ ਮਰਿਆਦਾ ਰਵੇ ਜੀ। ਮਹਾਰਾਜ ਨੇ ਕਿਹਾ ਵੀ ਕੜਾਹ ਪ੍ਰਸ਼ਾਦ ਕਰੋ। ਇਹ ਅੱਜ ਥੋੜਾ ਜਿਹਾ ਸਮਾਂ ਮੈਂ ਤਾਂ ਇਸ ਪਾਸੇ ਲਾ ਬੈਠਾ, ਅੱਜ ਬੜਾ ਨਿਘਾਰ ਆਉਂਦਾ ਜਾਂਦਾ ਤੇ ਸਿੱਖ ਜੋ ਗੁਰੂ ਸਾਹਿਬਾਨ ਨੇ ਮਰਿਆਦਾਵਾਂ ਤੋਰੀਆਂ, ਉਹ ਗੁਰਦੁਆਰਿਆਂ, ਆਪਣੇ ਘਰਾਂ ਦੀ ਤੇ ਛੱਡੋ, ਗੁਰਦੁਆਰਿਆਂ ਵਿੱਚ ਵੀ ਲਾਗੂ ਨਹੀਂ ਚ ਹੈਗੀਆਂ। ਘਰ ਦੀਆਂ ਗੱਲਾਂ ਤੇ ਛੱਡੋ ਨਾ, ਵੀ ਘਰ 'ਚ ਮਰਿਆਦਾ ਹੈਗੀ ਜੀ। ਗੁਰੂ ਘਰਾਂ ਵਿੱਚ ਵੀ ਉਹ ਮਰਿਆਦਾ ਵਿਰਲੀਆਂ ਵਿਰਲੀਆਂ ਥਾਵਾਂ ਤੇ ਆ, ਨਹੀਂ ਤੇ ਨਹੀਂ ਹੈਗੀ ਜੀ। ਜਿਨ੍ਹਾਂ ਥਾਵਾਂ ਤੇ ਮਰਿਆਦਾ, ਉਹਨਾਂ ਥਾਵਾਂ ਤੇ ਅਰਦਾਸਾਂ ਵੀ ਪੂਰੀਆਂ ਹੋ ਰਹੀਆਂ, ਉਹਨਾਂ ਥਾਵਾਂ ਦੇ ਉੱਤੇ ਜੈ ਜੈਕਾਰ ਹੈ, ਉਹਨਾਂ ਥਾਵਾਂ ਤੇ ਲੋਕ ਜਾਂਦੇ ਤੇ ਵਾਪਸ ਆਉਣ ਨੂੰ ਜੀ ਨਹੀਂ ਕਰਦਾ ਜੀ। ਜਿਤੜੇ ਫਲ ਮਨ ਬਾਂਛੀਐ ਹੈ, ਤਿਤੜੇ ਸਤ ਗੁਰ ਪਾਸ। ਜਿੰਨੇ ਫਲ ਚਾਹੀਦੇ ਨੇ, ਸਾਰੇ ਫਲ ਸਤਿਗੁਰੂ ਜੀ ਦੇ ਕੋਲ ਨੇ। ਆਖੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਸਾਰੇ ਫਲ ਮਹਾਰਾਜ ਕੋ। ਤਾਪ ਗਿਆ ਪ੍ਰਭਾਪ ਮਿਟਾਇਆ, ਜਨ ਕੀ ਲਾਜ ਰਖਾਈ, ਸਾਧ ਸੰਗਤ ਤੇ ਸਭ ਫਲ ਪਾਏ, ਸਤਿਗੁਰ ਕੈ ਬਲ ਜਾਈ। ਹਾਂ, ਕਈ ਵਾਰੀ ਹੁੰਦਾ ਵੀ ਸਾਡੀ ਅਰਦਾਸ ਟਾਈਮ ਲੱਗ ਜਾਂਦਾ,
ਪਰ ਸਮਾਂ ਆਉਂਦਾ, ਸਮਾਂ ਸਫਲ ਹੋ ਜਾਂਦੀ ਅਰਦਾਸ ਜੀ। ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ। ਨਿਰਾ ਰਾਏਪੁਰ ਦੀ ਰਾਣੀ ਨੂੰ ਉਪਦੇਸ਼ ਨਹੀਂ ਹੈਗਾ ਜੀ, ਇਹ ਸਾਰੀ ਸੰਗਤ ਨੂੰ ਹੀ ਉਪਦੇਸ਼ ਹੈ। ਬੱਚਿਆਂ ਦੇ ਸਿਰ ਤੇ ਕੇਸ, ਨਾਮ ਦੇ ਮਗਰ ਸਿੰਘ, ਗੁਰੂ ਕੀ ਬਾਣੀ ਤੇ ਕੜਾ ਪ੍ਰਸ਼ਾਦ। ਗੁਰੂ ਕੀ ਬਾਣੀ ਤੇ ਕੜਾ ਪ੍ਰਸ਼ਾਦ। ਹੁਣ ਤੁਸੀਂ ਦੱਸੋ, ਆਪਾਂ ਜਿੰਨੇ ਬੈਠੇ ਆ ਜਾਂ ਦੂਰ ਤੱਕ ਕਥਾ ਜਾ ਰਹੀ ਹੈ, ਵਿਰਲੇ ਸਿੱਖ ਹੋਣਗੇ ਜਿਨ੍ਹਾਂ ਦੇ ਘਰ ਵਿੱਚ ਕੜਾ ਪ੍ਰਸ਼ਾਦ ਬਣਦਾ ਹੋਏਗਾ ਜੀ। ਵਿਰਲੇ ਵਿਰਲੇ ਸਿੱਖ ਹੋਣਗੇ ਜੀ। ਮੈਂ ਆਪਦੀ ਹੋਸ਼ ਵਿੱਚ ਵੇਖਦਾ ਰਿਹਾ ਸਾਧ ਸੰਗਤ ਜੀ। ਨਿੱਕਾ ਹੁੰਦਾ ਇਹ ਕਿ ਸਾਡੇ ਪਰਿਵਾਰ ਦਾ ਧਰਮ ਹੋਰ ਸੀਗਾ ਜੀ, ਪਰ ਸੰਗਰਾਂਦ ਤੇ ਕੜਾ ਪ੍ਰਸ਼ਾਦ ਬਣਾਉਂਦੇ ਹੁੰਦੇ ਸੀਗੇ ਜੀ ਉਹ ਘਰ ਵਿੱਚ ਜੀ। ਸੰਗਰਾਂਦ ਤੇ ਕੜਾ ਪ੍ਰਸ਼ਾਦ ਬਣਾਉਣਾ ਜੀ। ਹਾਂਜੀ, ਤੁਸੀਂ ਜ਼ਰੂਰੀ ਨਹੀਂ ਹੈ ਵੀ ਗੁਰਦੁਆਰੇ ਲੈ ਕੇ ਆਉਣਾ ਕੜਾ ਪ੍ਰਸ਼ਾਦ। ਘਰ ਬਣਾਓ, ਕੜਾ ਪ੍ਰਸ਼ਾਦ ਬਣਾਓ, ਬਾਣੀ ਪੜ੍ਹੋ, ਅਰਦਾਸ ਕਰੋ ਤੇ ਪਰਿਵਾਰ ਵਾਲੇ ਛਕੋ। ਪਰਿਵਾਰ ਵਾਲੇ ਛਕੋ। ਕਰਕੇ ਵੇਖ ਲਓ, ਸੁੱਖ ਹੀ ਸੁੱਖ ਹੈ। ਜਿੰਨੀ ਮਰਿਆਦਾ 'ਚ ਪਰਪੱਕਤਾ ਲੈ ਕੇ ਆਵਾਂਗੇ ਓਨਾ ਸਾਧ ਸੰਗਤ ਭਲਾ ਹੋਈ ਜਾਏਗਾ, ਓਨਾ ਭਲਾ ਹੋਈ ਜਾਏਗਾ। ਸੋ ਰਾਣੀ ਨੇ ਕਿਹਾ, ਮਹਾਰਾਜ 7 ਬਚਨ। ਇੱਕ ਪਲੰਘਾ ਲਿਆ, ਉਹਦੇ ਤੇ ਬਿਸਤਰਾ ਚਾਦਰ ਵਿਛਾਈ ਵਧੀਆ, ਉਹਦੇ ਤੇ ਸ਼ਸਤਰ ਰੱਖੇ, ਉਹਨਾਂ ਸ਼ਸਤਰਾਂ ਲਾਗੇ ਫੁੱਲ ਰੱਖੇ ਤੇ ਅਰਦਾਸ ਬੇਨਤੀ ਉਹਨੇ ਉਸ ਦਿਨ ਤੋਂ ਹੀ ਕਰਨੀ ਸ਼ੁਰੂ ਕਰ ਦਿੱਤੀ ਜੀ। ਉਸ ਦਿਨ ਤੋਂ ਕਰਨੀ ਸ਼ੁਰੂ ਕਰ ਦਿੱਤੀ। ਅੱਜ ਉਸ ਰਾਣੀ ਦਾ ਖਾਨਦਾਨ ਵੀ ਹੈਗਾ ਜੀ, ਬਾਹਰ ਵਿਦੇਸ਼ਾਂ ਵਿੱਚ ਉਹਦਾ ਖਾਨਦਾਨ ਹੈਗਾ, ਤੇ ਸ਼ਸਤਰ ਤੇ ਢਾਲ ਅੱਜ ਵੀ ਉਹਨਾਂ ਦੇ ਪਰਿਵਾਰ ਕੋਲ ਹੈ ਜੀ। ਉਹਨਾਂ ਦੇ ਪਰਿਵਾਰ ਕੋਲ ਹੈ। ਇਹ ਤੇ ਬੜੀ ਵੱਡੀ ਖੁਸ਼ੀ ਹੈ ਮਹਾਰਾਜ ਦੀ। ਸੱਚੇ ਪਾਤਸ਼ਾਹ ਜੀ ਦੀਆਂ ਮਿਹਰਾਂ ਨੇ, ਮਹਾਰਾਜ ਜੀ ਦੀ ਖੁਸ਼ੀ ਮਿਲੀ ਜੀ ਉਹਨੂੰ। ਇਸ ਕਰਕੇ ਇਹ ਗੱਲ ਲਾਗੂ ਕਰ ਲਓ ਆਪਣੇ ਪਰਿਵਾਰਾਂ 'ਚ। ਕੇਸ, ਸਿੰਘ, ਬਾਣੀ, ਕੜਾ ਪ੍ਰਸ਼ਾਦ ਲਾਗੂ ਕਰ ਲਓ। ਮਹਾਰਾਜ ਮਿਹਰ ਕਰਨਗੇ, ਸੱਚੇ ਪਾਤਸ਼ਾਹ ਕਿਰਪਾ ਕਰਨਗੇ। ਹੁਣ ਅੱਗੋਂ ਕਥਾ ਸੁਣੀਏ ਆਪਾਂ। ਤੁਸੀਂ ਕਹੋਗੇ ਅੱਜ ਸਾਡੇ ਦੁਆਲੇ ਹੀ ਹੋ ਗਿਆ ਭਾਈ। ਨਹੀਂ, ਇਹ ਬੇਨਤੀ ਹੈ ਸਾਧ ਸੰਗਤ, ਜੋ ਗੁਰੂ ਸਾਹਿਬ ਨੇ ਮਰਿਆਦਾ ਬਖਸ਼ੀ ਹੈ, ਅਸੀਂ ਆਪਣੇ ਘਰਾਂ ਵਿੱਚ ਜਦੋਂ ਇਹ ਮਰਿਆਦਾ ਲੈ ਕੇ ਆਵਾਂਗੇ, ਸੁੱਖ ਵਰਤਣਗੇ। ਸੁੱਖ ਸੁੱਖ ਵਰਤਣਗੇ। ਉਹ ਗੁਰਪੁਰਬਾਂ ਤੇ ਵੀ ਨਹੀਂ ਨਾ ਬਣਾਈ ਜਾਂਦੀ ਦੇਗ, ਆਪਣੇ ਬੱਚਿਆਂ ਦੇ ਜਨਮ ਦਿਨ ਤੇ ਬਣਾਉਣੀ ਸ਼ੁਰੂ ਕਰ ਦਿਓ। ਘਰ 'ਚ ਬਾਣੀ ਪੜ੍ਹ ਕੇ ਆਪਣੇ ਆਪ 'ਚ ਵਰਤਾ ਲਓ। ਉਹ ਸਾਖੀ ਨਹੀਂ ਸੁਣੀ ਤੁਸੀਂ ਜੀ? ਭਾਈ ਮਨਸੁਖ ਜੀ ਸੰਗਲਾ ਦੀਪ ਗਏ ਤੇ ਇਕਾਦਸ਼ੀ ਦਾ ਵਰਤ ਸੀਗਾ। ਸਾਰੇ ਨਗਰ ਵਿੱਚ ਕਿਸੇ ਨੇ ਕੁਝ ਨਹੀਂ ਸੀ ਛਕਣਾ, ਪਰ ਚੁੱਲ੍ਹਾ ਬਾਲਿਆ ਭਾਈ ਮਨਸੁਖ ਨੇ ਤੇ ਕੜਾ ਪ੍ਰਸ਼ਾਦ ਬਣਾਉਣਾ ਸ਼ੁਰੂ ਕੀਤਾ। ਖੁਸ਼ਬੂਆਂ ਗਈਆਂ, ਰੌਲਾ ਪੈ ਗਿਆ ਜੀ। ਉਹ ਕਹਿੰਦੇ ਗੁਰੂ ਦੀ ਮਰਿਆਦਾ, ਮੈਂ ਆਪਣੇ ਗੁਰੂ ਦੀ ਮਰਿਆਦਾ ਰੱਖੀ ਪੂਰੀ। ਸਿੱਖਾਂ ਵਾਲੀ ਮਰਿਆਦਾ ਵੀ ਰੱਖੀ ਹੈ ਜੀ। ਆਓ ਹੁਣ ਅੱਗੋਂ ਕਥਾ ਸਰਵਣ ਕਰੀਏ। ਪਿਆਰ ਨਾਲ ਗੱਜ ਕੇ ਆਖੋ ਸਤਿਨਾਮ। ਹਾਂਜੀ। ਪੁਨ ਸਿਰ ਪਰ ਤਰ ਚੌਂਪ ਸੋ, ਸੁਤ ਸੀਸ ਸੁਹਾਏ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਸਤਰਾਂ ਨੂੰ ਨਾ ਉਹਨੇ ਆਪਣੇ ਨਮਸਕਾਰ ਕੀਤੀ, ਸਿਰ ਲਾਇਆ ਜੀ। ਆਪਣੇ ਪੁੱਤਰ ਦੇ ਵੀ ਸੀਸ ਨੂੰ ਸਤਿਗੁਰਾਂ ਦੇ ਸ਼ਸਤਰ ਲਾਏ ਜੀ। ਅੱਛਾ, ਚੌਂਪ ਦਾ ਅਰਥ ਹੁੰਦਾ ਪ੍ਰੇਮ ਨਾਲ ਜੀ, ਬੜੇ ਚਾਅ ਨਾਲ ਜੀ। ਹਾਂਜੀ। ਕਸਿਓ ਬਿਛੋਨ ਪ੍ਰਿਅੰਕ ਪਰ ਸਨਮਾਨ ਟਿਕਾਏ। ਪਲੰਗੇ ਦੇ ਉੱਤੇ ਕੱਪੜਾ ਵਿਛਾ ਕੇ ਨਾ ਜੀ, ਬਸਤਰ ਚਾਦਰ ਵਿਛਾ ਕੇ ਤੇ ਉਹਨੂੰ ਬੰਨਿਆ ਜੀ ਚੰਗੀ ਤਰ੍ਹਾਂ ਕੱਸ ਕੇ, ਤਾਂ ਕਿ ਚਾਦਰ ਤੇ ਵੱਟ ਨਾ ਪੈਣ।
ਤੇ ਬੜੇ ਸਨਮਾਨ ਨਾਲ ਉਹਨੇ ਸ਼ਸਤਰ ਮਹਾਰਾਜ ਜੀ ਦੇ ਟਿਕਾਏ। ਇਤਿਆਦਿਕ ਵਰ ਦੇ ਗੁਰ ਠਾਂਡੇ ਤਬ ਹੋਏ। ਇਸ ਤਰੀਕੇ ਨਾਲ ਵਰ ਦੇ ਕੇ ਸੱਚੇ ਪਾਤਸ਼ਾਹ ਜੀ ਉਸ ਕਿਲੇ ਵਿੱਚੋਂ ਜਾਣ ਲਈ ਮਹਾਰਾਜ ਉੱਠ ਖਲੋਤੇ। ਸੱਚੇ ਪਾਤਸ਼ਾਹ ਵਹਿਰ ਚਲਨ ਕੋ ਚਿਤ ਚਾਹਿਓ ਰਾਨੀ ਦ੍ਰਿਗ ਜੋਏ। ਤੇ ਜਦੋਂ ਮਹਾਰਾਜ ਚੱਲੇ ਨਾ ਜੀ, ਰਾਣੀ ਵੇਖ ਰਹੀ ਹੈ। ਤੇ ਜੋਏ ਦਾ ਅਰਥ ਜਲ ਵੀ ਹੁੰਦਾ ਜੀ। ਰਾਣੀ ਦੇ ਨੇਤਰਾਂ ਵਿੱਚ ਜਲ ਵੀ ਆ ਗਿਆ ਜੀ। ਧੰਨ ਮਹਾਰਾਜ ਸੱਚੇ ਪਾਤਸ਼ਾਹ, ਚਰਨ ਪਾਏ, ਗਰੀਬੀ ਕੱਟ ਦਿੱਤੀ ਸਾਰੀ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਫਿਕਰਾਂ ਹੀ ਦੂਰ ਕਰਤੀਆਂ। ਧੰਨ ਮਹਾਰਾਜ ਸੱਚੇ ਪਾਤਸ਼ਾਹ, ਚਰਨ ਪਾਏ, ਨਿਹਾਲ ਕਰ ਦਿੱਤਾ ਮਹਾਰਾਜ ਨੇ। ਹਾਂਜੀ। ਚੱਲੀ ਸੰਗ ਕਰ ਜੋਰਤੀ ਕਰ ਵੇਸਨ ਮਾਨਾ। ਮਹਾਰਾਜ ਗਰੀਬ ਨਵਾਜ ਚੱਲ ਰਹੇ ਐ, ਸਿੱਖ ਨਾਲ ਨੇ। ਪਿੱਛੇ ਰਾਣੀ ਨੰਗੇ ਪੈਰ ਹੱਥ ਜੋੜ ਕੇ ਤੁਰ ਰਹੀ ਹੈ ਜੀ। ਨੰਗੇ ਪੈਰ ਹੱਥ ਜੋੜ ਕੇ ਤੁਰ ਰਹੀ ਹੈ। ਮੈਨੂੰ ਬਹੁਤ ਖੁਸ਼ੀ ਹੋਈ ਸੀ ਭੈਣ ਜੀ। ਉਹਨਾਂ ਦੇ ਘਰ ਕੋਈ ਗੱਲ ਹੋਈ, ਆਉਣ ਨਹੀਂ ਦੇ। ਉਹਨਾਂ ਦੇ ਪਤੀ ਦੇਵ ਠੀਕ ਨਹੀਂ ਨੇ। ਉਹਨਾਂ ਦੇ ਪੁੱਤ ਦਾ ਵਿਆਹ ਹੀ ਤੇ ਪਾਠ ਕਰਾਇਆ ਜੀ ਉਹਨਾਂ ਨੇ। ਹਾਂਜੀ, ਰਿਸ਼ਤੇਦਾਰਾਂ ਨਾਲ ਘਰ ਭਰਿਆ ਪਿਆ। ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗੱਡੀ 'ਚ ਰੱਖ ਕੇ ਇੱਥੇ ਲੈ ਕੇ ਆਉਣਾ ਸੀ। ਗੱਡੀ ਦੇ ਮਗਰ ਹੱਥ ਜੋੜ ਕੇ ਤੁਰਦੇ ਰਹੇ ਜੀ ਉਹ ਜੀ, ਇੱਥੋਂ ਤੱਕ ਆਏ ਜੀ। ਫਿਰ ਬਖਸ਼ਿਸ਼ਾਂ ਵੀ ਤਾਂ ਮਿਲਦੀਆਂ ਨਾ ਜੀ, ਮਿਹਰ ਵੀ ਤੇ ਹੁੰਦੀ ਆ ਨਾ ਜੀ ਕੋਈ ਨਾ ਕੋਈ। ਹੱਥ ਜੋੜ ਕੇ ਰਾਣੀ ਮਗਰ ਮਗਰ ਤੁਰਦੀ ਰਹੀ। ਵਹਿਰ ਦੁਰਗ ਨਿਕਸੀ ਜਬੈ ਸ਼੍ਰੀ ਬਦਨ ਬਖਾਨਾ। ਤੇ ਕਰਦਿਆਂ ਕਰਦਿਆਂ ਮਹਾਰਾਜ ਕਿਲੇ ਚੋਂ ਬਾਹਰ ਆ ਗਏ ਜੀ। ਰਾਣੀ ਵੀ ਮਗਰ ਮਗਰ ਕਿਲੇ ਚੋਂ ਬਾਹਰ ਆਈ। ਫਿਰ ਮਹਾਰਾਜ ਨੇ ਬਚਨ ਕੀਤਾ, ਥਿਰਹੁ ਗੁਰੂ ਸਿਮਰਹੁ ਸਦਾ ਪਰਲੋਕ ਸੁਧਾਰਹੁ। ਮਹਾਰਾਜ ਕਹਿੰਦੇ ਹੁਣ ਠੀਕ ਹੈ, ਤੁਸੀਂ ਅੰਦਰ ਚੱਲੋ। ਗੁਰ ਮੰਤਰ ਜਪਣਾ, ਗੁਰੂ ਗੁਰੂ ਜਪਣਾ, ਪਰਲੋਕ ਸੁਧਰ ਜਾਏਗਾ। ਜਪੋ ਪ੍ਰੇਮ ਨਾਲ ਵਾਹਿਗੁਰੂ, ਪਰਲੋਕ ਸੁਧਾਰੋ, ਮਹਾਰਾਜ ਕਹਿਣ ਲੱਗੇ। ਹਾਂਜੀ। ਚਲੈ ਬੰਸ ਹੋਏ ਰਾਜ ਥਿਰ ਨਿਤ ਹਰ ਉਰ ਧਾਰਹੁ। ਪਰਮੇਸ਼ਰ ਦਾ ਨਾਮ ਹਿਰਦੇ 'ਚ ਧਾਰਨ ਕਰਨਾ, ਨਾਮ ਜਪਣਾ, ਵੰਸ਼ ਵੀ ਚੱਲੇਗੀ ਤੇ ਰਾਜ ਭਾਗ ਵੀ ਹੋਏਗਾ। ਹਾਲਤ ਸੁਖ, ਪਲਤ ਸੁਖ, ਨਿਤ ਸੁਖ, ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਬੋਲਿਆ ਕਰੋ ਨਾਲ, ਨਾਮ ਗੋਬਿੰਦ ਕਾ ਸਦਾ ਲੀਜੈ। ਸਦਾ ਲੀਜੈ। 40 ਦਿਨ ਲਈ ਥੋੜੀ ਕਿਹਾ ਜੀ, ਉਹ ਤੇ ਇੱਕ ਟ੍ਰੇਨਿੰਗ ਹੈਗੀ ਆ ਜੀ, ਸਦਾ ਵਾਸਤੇ ਹੀ ਕਿਹਾ ਜੀ। ਹਾਂਜੀ। ਇਮ ਧੀਰਜ ਦੇ ਕਰ ਗਏ ਪ੍ਰਭ ਮਹਾ ਕਿਰਪਾਲਾ। ਇਸ ਤਰੀਕੇ ਨਾਲ ਮਹਾ ਕਿਰਪਾਲੂ ਪ੍ਰਭੂ ਜੀ, ਬੜੇ ਵੱਡੇ ਮਿਹਰਬਾਨ, ਬੜੇ ਵੱਡੇ ਦਿਆਲੂ, ਬਹੁਤੀ ਜ਼ਿਆਦਾ ਦਇਆ ਕਰਨ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਧੀਰਜ ਦੇ ਕੇ ਅੱਗੇ ਚੱਲੇ ਜੀ। ਹਾਂਜੀ। ਮੁਕਤ ਆਦ ਬਖਸ਼ਨ ਕਰੇ ਪਿਖ ਪ੍ਰੇਮ ਵਿਸਾਲਾ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਕਥਾ ਸੁਣਨ ਵਾਲਿਓ ਸਿੱਖੋ, ਜਦੋਂ ਬਾਜਾਂ ਵਾਲੇ ਕਿਸੇ ਦਾ ਪਿਆਰ ਵੇਖ ਲੈਂਦੇ ਆ ਨਾ, ਫਿਰ ਮਹਾਰਾਜ ਮੁਕਤੀ ਵੀ ਬਖਸ਼ ਦਿੰਦੇ ਆ। ਮੁਕਤੀ ਪਾਉਣੀ ਸੌਖੀ ਨਹੀਂ ਹੈਗੀ, ਪਰ ਜਦੋਂ ਮਹਾਰਾਜ ਪਿਆਰ ਵੇਖ ਲੈਂਦੇ ਨਾ ਕਿਸੇ ਦਾ, ਫਿਰ ਮਹਾਰਾਜ ਮੁਕਤੀ ਦੀ ਦਾਤ ਵੀ ਬਖਸ਼ ਦਿੰਦੇ ਆ। ਹਾਂਜੀ। ਪਿਆਰ ਵੇਖਿਆ ਸੀ ਨਾ ਸੈਦੇ ਮਲਾਹ ਦਾ, ਉਹ ਕਹਿੰਦਾ ਮਹਾਰਾਜ ਕਿਰਪਾ ਕਰੋ, ਬਖਸ਼ਿਸ਼ ਕਰੋ, ਮੇਰਾ ਭਾਰ ਉਤਾਰਾ ਕਰ ਦਿਓ। ਮਹਾਰਾਜ ਕਹਿਣ ਲੱਗੇ, ਤੇਰੇ ਅੰਦਰ ਦਾ ਪਿਆਰ ਵੇਖ ਲਿਆ, ਕੱਲਾ ਤੂੰ ਕੀ ਤੇਰੀਆਂ 21 ਕੁੱਲਾਂ ਨੂੰ ਉਤਾਰਿਆ, ਕਹਿਣ ਲੱਗੇ ਜਦੋਂ ਦੇਣ ਤੇ ਆਉਣ। ਹਾਂਜੀ। ਇਸ ਵਿਦ ਲਖ ਜੇ ਭਜਤ ਨੈ ਸੇ ਆਤਮਤਹੀਨਾ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਏਡੇ ਵੱਡੇ ਸਤਿਗੁਰੂ ਜੀ ਨੂੰ ਜੇ ਕੋਈ ਯਾਦ ਨਹੀਂ ਕਰਦਾ, ਇੰਨੇ ਵੱਡੇ ਸਤਿਗੁਰੂ ਜੀ ਨੂੰ ਜੇ ਕੋਈ ਮੰਨਦਾ ਨਹੀਂ ਹੈ, ਉਹ ਸਮਝੋ ਵੀ ਮਤਹੀਣਾ ਹੀ ਹੈ। ਉਹਨੂੰ ਸਮਝ ਨਹੀਂ ਹੈਗੀ, ਆਪਣੇ ਕੰਮਾਂ ਵਿੱਚ ਹੀ ਪਿਆ। ਹਾਂਜੀ। ਯਾਦ ਕਰਿਆ ਕਰੋ ਮਹਾਰਾਜ ਨੂੰ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਕਿੱਡੇ ਵੱਡੇ ਜੀ,
ਆਪਣੇ ਸੇਵਕਾਂ ਨੂੰ ਮੁਕਤੀ ਦੇਣ ਵਾਲੇ ਨੇ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਧੰਨ ਜੀ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਹਾਂਜੀ। ਦੂਹ ਲੋਕ ਮੈਂ ਕਿਤੋਂ ਕੋ ਰੋਜ ਰਾਜ ਕਾਜ ਨਾ ਕਰ ਲੀਨਾ। ਦੋਹੋਂ ਲੋਕ ਮਹਿ ਕਿਤੋਂ ਕੋ ਕਾਜ ਨਾ ਕਰ ਲੀ। ਦੋਹੋਂ ਲੋਕ ਮਹਿ ਕਿਤੋਂ ਕੋ ਕਾਜ ਨਾ ਕਰ ਲੀਨਾ। ਕਹਿੰਦੇ ਇਹੋ ਜਿਹੇ ਬੰਦੇ ਜਿਹੜੇ ਮਹਾਰਾਜ ਨੂੰ ਚੇਤੇ ਨਹੀਂ ਨਾ ਕਰਦੇ, ਦੋਵਾਂ ਲੋਕਾਂ 'ਚ ਕੋਈ ਕੰਮ ਨਹੀਂ ਸੌਰਦਾ ਉਹਨਾਂ ਦਾ ਜੀ। ਇੱਥੇ ਵੀ ਦੁਖੀ ਰਹਿੰਦੇ ਜੀ ਉਹ, ਗਾਂ ਵੀ ਦੁਖੀ ਰਹਿੰਦੇ ਜੀ ਉਹ। ਹਾਂਜੀ। ਦਿਨ ਬਿਤਾਏ ਪੁਨ ਨਿਸ਼ਾ ਕੋ ਸੁਪਤੇ ਸੁਖ ਪਾਏ। ਉਹ ਦਿਨ ਫਿਰ ਸੱਚੇ ਪਾਤਸ਼ਾਹ ਨੇ ਰਾਏਪੁਰ ਦੀਆਂ ਸੰਗਤਾਂ ਨੂੰ ਦਰਸ਼ਨ ਦਿੱਤੇ ਤੇ ਰਾਤ ਫਿਰ ਮਹਾਰਾਜ ਨੇ ਸੁੱਖ ਨਾਲ ਆਨੰਦ ਨਾਲ ਕੱਟੀ। ਵੱਡੀ ਪ੍ਰਾਤ ਜਾਗੇ ਪ੍ਰਭੂ ਨਿਤ ਕਿਰਿਆ ਸਜਾਏ। ਅਗਲੇ ਦਿਨ ਅੰਮ੍ਰਿਤ ਵੇਲੇ ਗਰੀਬ ਨਵਾਜ ਮਹਾਰਾਜ ਜਾਗੇ। ਰੋਜ਼ ਦੀ ਤਰ੍ਹਾਂ ਸਤਿਗੁਰੂ ਜੀ ਨੇ ਕਿਰਿਆ ਕੀਤੀ। ਕਹੈ ਕਵੀ ਸ਼ਰਤਾਂ ਕੇ ਹੇਰੇ ਸਿਰਦਾਰਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਐ ਮਹਾਰਾਜ ਨੇ ਨਾ ਰਾਏਪੁਰ ਦੇ ਸਰਦਾਰ ਵੇਖੇ, ਅਮੀਰ ਲੋਕ ਜਦੋਂ ਵੇਖੇ, ਅਬਲੋ ਮਾਨੈ ਦੁਰਗ ਮੈਂ ਸ਼ੁਭ ਥਾਨ ਸੁਧਾਰਾ। ਉਹਨਾਂ ਤੇ ਬਖਸ਼ਿਸ਼ਾਂ ਆਈਆਂ। ਨਿਮਾਣਿਆਂ ਨਤਾਣਿਆਂ ਜਿਨ੍ਹਾਂ ਨੂੰ ਗਰੀਬ ਕਹਿੰਦੇ ਉਹਨਾਂ ਤੇ ਬਖਸ਼ਿਸ਼ਾਂ ਆਈਆਂ। ਮਹਾਰਾਜ ਤਾਂ ਹੈ ਗਰੀਬ ਨਵਾਜ ਨੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਆ ਵੀ ਹੁਣ ਤੱਕ ਉੱਥੇ ਕਿਲਾ ਹੈਗਾ ਰਾਏਪੁਰ ਰਾਣੀ ਦਾ, ਤੇ ਦਾਸ ਨੇ ਦਰਸ਼ਨ ਕੀਤੇ ਆ। ਸ਼ਾਇਦ ਭਾਈ ਕਸ਼ਮੀਰ ਸਿੰਘ ਜੀ ਤੁਸੀਂ ਵੀ ਨਾਲ ਸੀਗੇ, ਤੁਸੀਂ ਨਹੀਂ ਸੀ ਨਾਲ। ਅਸੀਂ ਦਰਸ਼ਨ ਕੀਤੇ ਆ ਸਾਧ ਸੰਗਤ ਜੀ। ਹਾਂਜੀ। ਅਬਲੋ ਮਨ ਹੈ ਦੁਰਗ ਮੈਂ ਸ਼ੁਭ ਥਾਨ ਸੁਧਾਰਾ। ਔਰ ਵਾਕਈ ਕਿਲੇ ਦੇ ਵਿੱਚ ਨਾ ਐਂਟਰ ਹੁੰਦਿਆਂ ਸਾਹਮਣੇ ਉਹਨੇ ਇੱਕ ਥਾਂ ਬਣਾਇਆ ਸੀ ਜਿੱਥੇ ਮਹਾਰਾਜ ਦੇ ਸ਼ਸਤਰ ਰੱਖੇ ਹੁੰਦੇ ਸੀਗੇ ਜੀ। ਇੱਕ ਜਗ੍ਹਾ ਬਣਾਈ ਸੀਗੀ, ਹੈਗੀ ਆ ਜਗ੍ਹਾ ਜੀ। ਦਾਸ ਨੇ ਦਰਸ਼ਨ ਕੀਤੇ। ਪਰ ਕਿਲਾ ਅੱਗੇ ਕਿਲਾ ਖੰਡਰ ਹੀ ਬਣਿਆ ਪਿਆ ਜੀ। ਹਾਂਜੀ। ਦਵੈ ਭਰਾਤਾ ਥੇ ਹਮ ਪਿਖੇ ਗੁਰ ਬਰਨਿਤ ਸਾਚਾ। ਹਾਂ, ਭਾਈ ਸੰਤੋਖ ਸਿੰਘ ਜੀ ਦੇ ਵੇਲੇ ਹੈ ਸੀ, ਕਿਲਾ ਵਸਦਾ ਸੀ। ਕਹਿੰਦੇ ਉਸ ਰਾਣੀ ਦੀ ਅੱਗੋਂ ਸੰਤਾਨ ਜਿਹੜੀ ਸੀ ਉੱਥੇ ਵਸਦੀ ਹੁੰਦੀ ਸੀ। ਦੋ ਭਰਾ ਸੀਗੇ ਕਹਿਣ ਲੱਗੇ, ਮੈਂ ਵੇਖੇ ਕਹਿਣ ਲੱਗੇ। ਉਹ ਮਹਾਰਾਜ ਨੇ ਜਿਹੜੀ ਬਖਸ਼ਿਸ਼ ਕੀਤੀ ਸੀ ਨਾ ਜੀ, ਕਹਿੰਦੇ ਮੈਂ ਦੋ ਭਰਾ ਅੱਖਾਂ ਨਾਲ ਵੇਖੇ ਆਪਣੀਆਂ। ਹਾਂਜੀ। ਭਈ ਭਰਾਤ ਗੁਰ ਹੀਰ ਕੈ ਮੁਖ ਕੂਚ ਬਿਉ ਬਾਚਾ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਅਗਲੇ ਦਿਨ ਉੱਥੋਂ ਚਾਲਾ ਪਾਇਆ ਸੀ ਜੀ। ਹਾਂਜੀ। ਕਰਿਓ ਆਰੂੜਨ ਹੈ ਤਬੈ ਮਾਰਗ ਮਹਿ ਚਾਲੇ। ਕਰਿਓ ਅਰੂੜਨ ਹੈ ਤਬਹਿ ਮਾਰਗ ਮਹਿ ਚਾਲੈ। ਮਹਾਰਾਜ ਘੋੜੇ ਉੱਤੇ ਸੱਜ ਗਏ, ਆਨੰਦਪੁਰ ਸਾਹਿਬ ਨੂੰ ਤੁਰ ਪਏ ਜੀ। 145 ਕੁ ਕਿਲੋਮੀਟਰ ਹੈ ਰਾਏਪੁਰ ਤੋਂ ਆਨੰਦਪੁਰ ਸਾਹਿਬ ਜੀ। ਹਾਂਜੀ। ਕਰਤ ਨਿਹਾਲ ਅਨੇਕ ਕੋ ਪ੍ਰਭ ਮਹਾ ਕਿਰਪਾਲੇ। ਤੇ ਅਨੇਕਾਂ ਨੂੰ ਨਿਹਾਲ ਕਰਦੇ ਹੋਏ, ਕਈਆਂ ਨੂੰ ਨਿਹਾਲ ਕਰਦੇ ਹੋਏ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਆਨੰਦਪੁਰ ਸਾਹਿਬ ਨੂੰ ਜਾ ਰਹੇ ਹਨ। ਦੋਹਰਾ ਬਜਿਓ ਨਗਾਰਾ ਕੂਚ ਕੋ ਕੰਪਤ ਨ੍ਰਿਪ ਸੁਨ ਤੀਰ। ਕਹਿਣ ਲੱਗੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਜਦੋਂ ਚਾਲਾ ਪਾਇਆ ਤੇ ਨਗਾਰਾ ਵੱਜਿਆ, ਰਣਜੀਤ ਨਗਾਰਾ, ਜਿਹਨੂੰ ਸੁਣ ਕੇ ਰਾਜੇ ਵੀ ਕੰਬ ਉੱਠਦੇ ਸੀਗੇ ਜੀ। ਹਾਂਜੀ। ਮੁਦਤ ਹੋਤ ਸੇਵਕ ਸਕਲ ਚੜਿਓ ਗੋਬਿੰਦ ਸਿੰਘ ਵੀਰ। ਹਾਂ, ਮੁਦਤ ਹੋਤ ਸੇਵਕ ਸਗਲ ਚੜਿਓ ਗੋਬਿੰਦ ਸਿੰਘ ਵੀਰ। ਮਹਾਰਾਜ ਆਪਣੇ ਸੇਵਕਾਂ ਨੂੰ ਖੁਸ਼ ਕਰਦੇ ਹੋਏ ਜੀ, ਨਿਹਾਲ ਕਰਦੇ ਹੋਏ ਮਹਾਰਾਜ ਜੀ ਫਿਰ ਉੱਥੋਂ ਅੱਗੇ ਨੂੰ ਚਾਲਾ ਪਾਉਣ ਲਈ ਚੜੇ ਹਨ। ਸੈਨ ਸੰਗ ਓਰੜ ਚਲੀ ਨਭ ਮੈਂ ਰਜ ਛਾਈ। ਸੈਨਾ ਬੜੀ, ਫੌਜਾਂ ਬੜੀਆਂ ਨਾਲ, ਸਿੱਖ ਬੜੇ, ਛਹਿਲ ਛਬੀਲੇ, ਐਨ ਸੈਨਾ ਨਾਲ ਜਾ ਰਹੀਆਂ ਹਨ। ਮਿਲੇ ਗ੍ਰਾਮ ਦੇ ਭੇਟ ਕੋਲੇ ਦਰਸ਼ਨ ਪਾਈ। ਕਈ ਪਿੰਡਾਂ ਵਾਲਿਆਂ ਦੇ ਭਾਗ ਚੰਗੇ, ਉਹ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਰਸਤੇ ਵਿੱਚ ਮਿਲੇ, ਭੇਟਾ ਦੇ ਦੇ ਕੇ ਮਿਲੇ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਭੇਟਾ ਦੇ ਕੇ ਨਾ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ। ਭਾਗ ਚੰਗੇ ਜੀ, ਮਰਿਆਦਾ ਚੰਗੀ ਉਹਨਾਂ ਦੀ। ਦੇਤ ਰਜਤ ਪਨ ਕੋ ਦਦੀ ਕੋ ਘਟ ਪਰ ਪੈ ਕੋ। ਕਈ ਸਾਧ ਸੰਗਤ ਜੀ ਮਹਾਰਾਜ ਨੂੰ ਮਾਇਆ ਭੇਟਾ ਕਰਦੇ, ਕਈ ਦੁੱਧ ਦਹੀਂ ਭੇਟਾ ਕਰਦੇ ਆ,
ਦੁੱਧ ਦਾ ਘੜਾ ਭਰ ਕੇ ਹੀ ਭੇਟਾ ਕਰ ਦਿੰਦੇ ਸੱਚੇ ਪਾਤਸ਼ਾਹ ਨੂੰ। ਹਾਂਜੀ, ਕੋ ਆਨਤ ਮਿਸ਼ਠਾਨ ਕੋ ਪਗ ਸੀਸ ਲੱਗੈ ਕੋ। ਕੋਈ ਮਠਿਆਈਆਂ ਬਣੀਆਂ ਹੁੰਦੀਆਂ ਉਹ ਲੈ ਕੇ ਆਉਂਦਾ, ਭੇਟਾ ਕਰਕੇ ਮਹਾਰਾਜ ਦੇ ਚਰਨਾਂ ਤੇ ਸੀਸ ਰੱਖਦੇ ਆ ਜੀ। ਹਾਂਜੀ, ਭਾਖੈ ਸੋ ਜਸ ਪ੍ਰਤਾਪ ਕੋ ਪ੍ਰਭ ਕੇਰ ਵਿਸਾਲਾ। ਸੱਚੇ ਪਾਤਸ਼ਾਹ ਦਾ ਤੇਜ ਪ੍ਰਤਾਪ ਵੇਖਦੇ ਨਾ ਜਦੋਂ ਸਾਰੇ, ਕਹਿੰਦੇ ਵਾਹ ਵਾਹ ਇੰਨਾ ਵੱਡਾ ਪ੍ਰਤਾਪ ਮਹਾਰਾਜ ਦਾ। ਕਰੈ ਹਜ਼ਾਰੋਂ ਬੰਦਨਾ ਜਿਤ ਦ੍ਰਿਸ਼ਟ ਕਿਰਪਾਲਾ। ਬਸ ਜਿਸ ਪਾਸੇ ਮਹਾਰਾਜ ਜਾਂਦੇ ਆ ਹਜ਼ਾਰਾਂ ਲੋਕ ਸਤਿਗੁਰੂ ਜੀ ਨੂੰ ਮੱਥਾ ਟੇਕਦੇ। ਆਪਾਂ ਵੀ ਟੇਕੀਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਜ਼ਾਰਾਂ ਲੋਕ ਸਤਿਗੁਰੂ ਜੀ ਨੂੰ ਨਮਸਕਾਰਾਂ ਕਰਦੇ ਹਨ। ਦਿਨ ਮੈਂ ਗਮਨਤ ਪੰਥ ਕੋ ਬੜ ਘਾਮ ਥਿਰੰਤੇ। ਤੇ ਦਿਨੇ ਮਹਾਰਾਜ ਸੱਚੇ ਪਾਤਸ਼ਾਹ ਰਸਤਾ ਤੈਅ ਕਰਦੇ। ਬਸੈ ਤਹਾਂ ਪੁਨ ਜਾਮਨੀ ਬਿਸਰਾਮ ਕਰੰਤੇ। ਜਦੋਂ ਬਹੁਤ ਧੁੱਪ ਹੋ ਜਾਂਦੀ ਫਿਰ ਮਹਾਰਾਜ ਉੱਥੇ ਰੁਕ ਜਾਂਦੇ। ਰਾਤ ਫਿਰ ਉੱਥੇ ਹੀ ਸੁੱਖ ਨਾਲ ਬਤੀਤ ਕਰਦੇ। ਦਿਨ ਪ੍ਰਤ ਇਮ ਕਰ ਕੂਚ ਕੋ ਮਗ ਉਲੰਘਿਓ ਸਾਰਾ। ਇਸ ਤਰ੍ਹਾਂ ਅੱਜ ਹੋਰ ਕੱਲ ਹੋਰ ਰਸਤਾ ਤੈਅ ਕਰ ਲਿਆ ਸੱਚੇ ਪਾਤਸ਼ਾਹ ਜੀ ਨੇ। ਕੀਰਤਪੁਰ ਤੀਰ ਮੈਂ ਡੇਰਾ ਨਿਜ ਡਾਰਾ। ਤੇ ਕਿੱਥੇ ਆਏ? ਸ੍ਰੀ ਕੀਰਤਪੁਰ ਸਾਹਿਬ ਲਾਗੇ। ਆਖੋ ਸ੍ਰੀ ਵਾਹਿਗੁਰੂ। ਮਹਾਰਾਜ ਕੀਰਤਪੁਰ ਸਾਹਿਬ ਲਾਗੇ ਆਏ। ਵੱਡੇ ਸਤਿਗੁਰਾਂ ਦਾ ਅਸਥਾਨ, ਛੇਵੇਂ ਪਾਤਸ਼ਾਹ ਜੀ ਦਾ ਅਸਥਾਨ, ਸੱਤਵੇਂ ਪਾਤਸ਼ਾਹ ਜੀ ਦਾ ਅਸਥਾਨ, ਅੱਠਵੇਂ ਪਾਤਸ਼ਾਹ ਜੀ ਦਾ ਅਸਥਾਨ। ਸ਼੍ਰੀ ਮੁਖ ਤੇ ਫੁਰਮਾਇਓ ਬਹੁ ਕਰੋ ਕਰਾਹੂ। ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਵੇਖ ਲਓ ਆ ਗਈ ਨਾ ਕੜਾਹ ਪ੍ਰਸ਼ਾਦ ਦੀ ਗੱਲ ਜੀ। ਮਹਾਰਾਜ ਨੇ ਲਾਗੇ ਡੇਰਾ ਕੀਤਾ ਤੇ ਗੁਰਸਿੱਖਾਂ ਨੂੰ ਹੁਕਮ ਕੀਤਾ, ਭਾਈ ਖੁੱਲਾ ਕੜਾਹ ਪ੍ਰਸ਼ਾਦ ਬਣਾਓ। ਕਹਿਣ ਲੱਗੇ ਕੜਾਹ ਪ੍ਰਸ਼ਾਦ ਬਣਾਓ। ਉਤਰ ਕਰਿਓ ਇਸ਼ਨਾਨ ਕੋ ਨਿਰਮਲ ਜਲ ਮਾਹੂ। ਤੇ ਗਰੀਬ ਨਵਾਜ ਮਹਾਰਾਜ ਫਿਰ ਆਪ ਉਤਾਰਾ ਕੀਤਾ, ਇਸ਼ਨਾਨ ਕੀਤਾ ਸਤਿਗੁਰਾਂ ਨੇ। ਹਾਂਜੀ, ਬੰਦ ਸੀਸ ਉਸ਼ਨੀਕ ਕੋ ਪੁਨ ਜਿਗਾ ਜਗ ਸਜਾਈ। ਸੀਤ ਉੱਤੇ ਦਸਤਾਰ ਸਜਾਈ ਸੋਹਣੀ ਜੀ, ਉਹਦੇ ਉੱਤੇ ਜਿਗਾ ਸਜਾਈ। ਕਲਗੀ ਤਰੀ ਉਹ ਤੰਗ ਬਾਰ ਝੂਲਤ ਛਬ ਪਾਈ। ਫਿਰ ਸੋਹਣੀ ਕਲਗੀ ਮਹਾਰਾਜ ਨੇ ਦਸਤਾਰੇ ਦੇ ਉੱਤੇ ਸਜਾਈ ਹੈ। ਅਬਿਰਾਮਾ ਜਾਮਾ ਪਹਿਰ ਕਸਕਟ ਸ਼ਮਸ਼ੇਰੰ। ਬਹੁਤ ਸੋਹਣਾ ਜਾਮਾ ਚੋਲਾ ਪਾਇਆ। ਗਾਤਰੇ ਮਹਾਰਾਜ ਨੇ ਸ੍ਰੀ ਸਾਹਿਬ ਸਜਾਈ ਹੈ। ਹਾਥਾ ਗਰ ਤਨ ਕਰ ਗਹੇ ਬਨ ਕਰ ਸ਼ਮਸ਼ੇਰੰ। ਮੋਢੇ ਤੇ ਭੱਥਾ ਤੇ ਹੱਥ ਵਿੱਚ ਕਮਾਨ ਤੇ ਐਨ ਕਹਿੰਦੇ ਨਾ ਗੁਰੂ ਗੋਬਿੰਦ ਸਿੰਘ ਆਏ ਬਾਣਾ ਸ਼ੇਰਾਂ ਵਾਲਾ ਪਹਿਨ ਕੇ। ਆਖੋ ਵਾਹਿਗੁਰੂ। ਵਾਹਿਗੁਰੂ। ਸ਼ੇਰਾਂ ਵਾਲਾ ਭਾਵ ਯੋਧਿਆਂ ਵਾਲਾ ਜੀ। ਹਾਂਜੀ, ਐਸਾ ਬਾਣਾ ਬਣਾਇਆ ਮਹਾਰਾਜ ਨੇ। ਗਏ ਪਿਤਾ ਮਾਥਾਨ ਕੋ ਪਟ ਸੰਗ ਮਹਾਨੇ। ਤੇ ਫਿਰ ਮਹਾਰਾਜ ਦੇ ਅਸਥਾਨਾਂ ਤੇ ਦਰਸ਼ਨ ਕਰਨ ਗਏ ਜੀ। ਆਪਣੇ ਦਾਦਾ ਜੀ ਦੇ ਅਸਥਾਨ ਤੇ। ਛੇਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਦਾਦਾ ਜੀ ਹਨ। ਆਖੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਹੁਣ ਇੱਕ ਗੱਲ ਨੋਟ ਕੀਤੀ ਤੁਸੀਂ ਮਹਾਰਾਜ ਦੀ? ਮਹਾਰਾਜ ਨੇ ਇਸ਼ਨਾਨ ਕਰਕੇ ਫਿਰ ਗਏ ਜੀ ਉੱਥੇ। ਜਦੋਂ ਆਪਾਂ ਦੂਰ ਕਿਤੇ ਯਾਤਰਾ ਜਾਂਦੇ ਹਾਂ ਜੀ, ਹਾਂਜੀ, ਰਸਤੇ 'ਚ ਸਫ਼ਰ ਕਰਕੇ ਜਾਈਦਾ ਜੀ। ਤੇ ਇਹ ਨਹੀਂ ਵੀ ਬਸ ਜਾਂਦਿਆਂ ਬੈਗ ਸੁੱਟੇ ਤੇ ਅੰਦਰ ਦੌੜ ਗਏ ਗੁਰੂ ਗ੍ਰੰਥ ਸਾਹਿਬ ਜੀ ਲਾਗੇ। ਨਹੀਂ, ਦੂਰੋਂ ਆਏ ਆ, ਸਫ਼ਰ 'ਚੋਂ ਆਏ ਆ, ਇਸ਼ਨਾਨ ਪਾਣ ਦਾ ਕਰਕੇ ਪਹਿਰਾ, ਫਿਰ ਜਾਣਾ ਅੰਦਰ ਜੀ। ਹੁਣ ਮੰਨ ਲਓ ਹਜੂਰ ਸਾਹਿਬ ਹੀ ਜਾਂਦੇ ਆ, ਕੋਈ ਟ੍ਰੇਨ 'ਚ ਜਾਂਦਾ, ਕੋਈ ਪਲੇਨ 'ਚ ਜਾਂਦਾ, ਕੋਈ ਕਿਤੇ ਜਾਂਦਾ, ਇਸ਼ਨਾਨ ਕਰਕੇ ਫਿਰ ਤੁਸੀਂ ਹਰਿਮੰਦਰ ਸਾਹਿਬ ਆਓ ਬਾਹਰ ਵਾਲੇ, ਤੇ ਆ ਕੇ ਪਹਿਲਾਂ ਇਸ਼ਨਾਨ ਪਾਨ ਸੋਧ ਕੇ ਫਿਰ ਅੰਦਰ ਜਾਣਾ ਚਾਹੀਦਾ ਜੀ। ਚਲੋ ਸ਼ਹਿਰ ਵਾਲਿਆਂ ਨੇ ਤੇ ਘਰੋਂ ਹੀ ਕਰਕੇ ਜਾਣਾ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਇਸ਼ਨਾਨ ਪਾਨ ਕੀਤਾ, ਕੜਾਹ ਪ੍ਰਸ਼ਾਦ ਦੀ ਦੇਗ ਲਈ, ਫਿਰ ਆਪਣੇ ਦਾਦਾ ਜੀ ਸਤਿਗੁਰਾਂ ਦੇ ਸਥਾਨ ਉੱਤੇ ਗਏ। ਕਰ ਜੋਰੀ ਕਰ ਬੰਦਨਾ ਅਰਦਾਸ ਬਖਾਨੇ। ਹੱਥ ਜੋੜੇ ਚੰਗੀ ਤਰ੍ਹਾਂ, ਹਾਂਜੀ, ਫਿਰ ਨਮਸਕਾਰ ਕੀਤੀ ਤੇ ਅਰਦਾਸ ਕੀਤੀ। ਹੱਥ ਜੋੜੋ ਆਪਾਂ ਵੀ ਸਾਰੇ, ਹੱਥ ਜੋੜ ਕੇ ਨਮਸਕਾਰ ਕਰੋ। ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਆਪਣੇ ਬੱਚਿਆਂ ਨੂੰ ਸਿਖਾਇਆ ਕਰੋ ਚੰਗੀ ਤਰ੍ਹਾਂ ਹੱਥ ਜੋੜਨੇ। ਹੈ ਬੜੀ ਲੋੜ 'ਚ ਆਪਣੀ ਪੀੜ੍ਹੀ ਨੂੰ ਇਹ ਗੱਲਾਂ ਸਿਖਾਉਣ ਦੀ। ਨਹੀਂ ਤਾਂ ਫੋਨ 'ਚ ਬੜੇ ਰਹਿਣਾ ਇਹਨਾਂ ਨੇ ਤੇ ਮਰਿਆਦਾ ਨਹੀਂ ਆਉਣੀ ਇਹਨਾਂ ਨੂੰ ਜੀ।
ਹੱਥ ਜੋੜੇ, ਨਮਸਕਾਰ ਕੀਤੀ ਤੇ ਅਰਦਾਸ ਕੀਤੀ ਦਸਵੇਂ ਪਾਤਸ਼ਾਹ ਜੀ ਨੇ ਆਪ। ਹਾਂਜੀ। बैठ लगाए दीवान को दरसत बर बीरम। ਫਿਰ ਮਹਾਰਾਜ ਬੈਠ ਕੇ, ਦੀਵਾਨ ਸਜ ਗਿਆ, ਯੋਧੇ ਆਉਣ ਲੱਗੇ ਦਰਸ਼ਨ ਕਰਨ। आए रबाबी गान कर तुन राग गहीरंग। ਰਾਗੀ ਸਿੰਘ ਆ ਗਏ, ਰਾਗੀ ਸਿੱਖ ਆਏ ਜੀ ਰਬਾਬੀ। ਉਹਨਾਂ ਨੇ ਰਾਗ ਵਿੱਚ ਆ ਕੇ ਬਾਣੀ ਦਾ ਕੀਰਤਨ ਆਰੰਭ ਕੀਤਾ। तब पंचामृत बृंद को बरतावन कीना। ਫਿਰ ਜਦੋਂ ਕੀਰਤਨ ਦਾ ਭੋਗ ਪਿਆ, ਫਿਰ ਸਭ ਨੂੰ ਖੁੱਲਾ ਕੜਾ ਪ੍ਰਸ਼ਾਦ ਵਰਤਾਇਆ ਜੀ। ਹਾਂਜੀ। पुरजन दरसत दुत अधिक सब हिंसो लीना। ਐਨ ਲੋਕ ਮਹਾਰਾਜ ਦੇ ਦਰਸ਼ਨ ਕਰਨ ਦੇ, ਤੇਜ ਪ੍ਰਤਾਪ ਸੱਚੇ ਪਾਤਸ਼ਾਹ ਦਾ ਬੜਾ ਸੁੱਖ ਮਿਲਿਆ ਸਾਰਿਆਂ ਨੂੰ। ਹਾਂਜੀ। सूरज मल के पुत्र दोए हुलसावत आए। ਬਾਬਾ ਜੀ, ਬਾਬਾ ਸੂਰਜ ਮਲ ਜੀ ਦੇ ਦੋ ਪੋਤਰੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਬੜੇ ਚਾਅ ਨਾਲ ਆਏ ਜੀ। कर दर्शन गुर तरन को दृग कमल खिराए। ਮਹਾਰਾਜ ਦੇ ਦਰਸ਼ਨ ਕੀਤੇ ਉਹਨਾਂ ਨੇ। ਬੜਾ ਉਹਨਾਂ ਦਾ ਪ੍ਰੇਮ ਸੀ ਮਹਾਰਾਜ ਨਾਲ, ਬੜਾ ਆਨੰਦ ਵਧਿਆ ਉਹਨਾਂ ਨੂੰ। ਹਾਂਜੀ। कुशल प्रशन कर दुहन को सन्मान बिठाए। ਮਹਾਰਾਜ ਨੇ ਰਾਜੀ ਖੁਸ਼ੀ ਪੁੱਛੀ, ਆਪਣੇ ਲਾਗੇ ਬਿਠਾਇਆ ਉਹਨਾਂ ਨੂੰ। प्रभ जी तुमरी कृपा ते दिन सुखी बिताए। ਉਹ ਕਹਿੰਦੇ ਮਹਾਰਾਜ ਤੁਹਾਡੀ ਕਿਰਪਾ ਨਾਲ ਅਸੀਂ ਰਾਜੀ ਖੁਸ਼ੀ ਹਾਂ। रहे प्रतीकत आपको अब आवन की। ਮਹਾਰਾਜ ਅਸੀਂ ਤੇ ਉਡੀਕ ਰਹੇ ਸਾਂ ਆਪ ਜੀ ਨੂੰ, ਹੁਣ ਆਪ ਜੀ ਆਏ ਹੋ ਸੱਚੇ ਪਾਤਸ਼ਾਹ। तुम बिन चित परचो नहीं नित सिमरन लीनो। ਤੇ ਕਹਿੰਦੇ ਜਿਵੇਂ ਅਸੀਂ ਕਹਿੰਦੇ ਨਾ, ਮਹਾਰਾਜ ਤੁਹਾਡੇ ਤੋਂ ਬਗੈਰ ਸਾਡਾ ਜੀ ਨਹੀਂ ਲੱਗਿਆ। ਕਹਿੰਦੇ ਮਹਾਰਾਜ ਤੁਹਾਡੇ ਬਗੈਰ ਨਾ ਸਾਡਾ ਜੀ ਨਹੀਂ ਲੱਗਿਆ, ਹੁਣ ਆਪ ਜੀ ਆਏ ਹੋ। ਅਸੀਂ ਤੇ ਮਹਾਰਾਜ ਰੋਜ਼ ਤੁਹਾਨੂੰ ਯਾਦ ਕਰਦੇ ਸਾਂ। ਹਾਂਜੀ। मुस्काने श्री प्रभ कहियो अब रहिए पासा। ਮਹਾਰਾਜ ਮੁਸਕਰਾ ਪਏ। ਸੱਚੇ ਪਾਤਸ਼ਾਹ ਕਹਿੰਦੇ ਕੋਈ ਨਹੀਂ, ਹੁਣ ਤੁਸੀਂ ਸਾਡੇ ਕੋਲ ਹੀ ਰਹੋ। ਹਾਂਜੀ। आनंदपुर निज इसम को करे हैं बहु बासा। ਮਹਾਰਾਜ ਕਹਿਣ ਲੱਗੇ ਹੁਣ ਸਾਡਾ ਅਸਥਾਨ ਹੈ ਤੇ ਆਪਾਂ ਆਨੰਦਪੁਰ ਸਾਹਿਬ ਵੀ ਵਸਣਾ, ਸਾਡੇ ਲਾਗੇ ਰਹੋ। ਹਾਂਜੀ। संध्या लख रह रास को पठ सुन तिस काला। ਸੰਧਿਆ ਦਾ ਸਮਾਂ ਹੋਇਆ ਜੀ। ਫਿਰ ਰਹਿਰਾਸ ਸਾਹਿਬ ਦਾ ਪਾਠ ਕੀਤਾ। ਵੇਖੋ, ਜਿਸ ਪਾਠ ਨੂੰ ਗੁਰੂ ਸਾਹਿਬ ਵੀ ਕਰਦੇ ਆ, ਅੱਜ ਸਿੱਖ ਨਹੀਂ ਤਰਜੀਹ ਦਿੰਦੇ ਜੀ। ਆਖੋ ਵਾਹਿਗੁਰੂ। ਸੰਧਿਆ ਦਾ ਸਮਾਂ ਹੋ ਗਿਆ, ਰਹਿਰਾਸ ਸਾਹਿਬ ਜੀ ਦਾ ਪਾਠ ਸੁਣਿਆ ਮਹਾਰਾਜ ਨੇ। थान पिता मैं को नमो कर प्रकर्म कृपाला। ਆਪਣੇ ਪਿਤਾ ਜੀ ਦੇ ਅਸਥਾਨ ਨੂੰ ਨਮਸਕਾਰ ਕੀਤੀ ਤੇ ਫਿਰ ਨਾਲ ਹੀ ਪ੍ਰਕਰਮਾ ਕੀਤੀਆਂ। सने सने निज सिवर कहो चल आए गुसाई। ਤੇ ਸਹਿਜੇ ਸਹਿਜੇ ਜਿੱਥੇ ਪੜਾ ਸੀ ਮਹਾਰਾਜ ਫਿਰ ਉੱਥੇ ਆ ਗਏ ਜੀ। ਹਾਂਜੀ। ਰਾਏ ਗੁਲਾਬ ਸਿਆਮ ਸਿੰਘ ਸੰਗ ਦੋਨੋਂ ਭਾਈ। ਨਾਲ ਉਹ ਦੋਵੇਂ ਪੋਤਰੇ ਨੇ ਬਾਬਾ ਸੂਰਜਮਲ ਜੀ ਦੇ, ਬਾਬਾ ਗੁਲਾਬ ਰਾਏ ਜੀ, ਸ਼ਾਮ ਸਿੰਘ ਜੀ। ਹਾਂਜੀ। ਜਥਾ ਸ਼ਕਤ ਸੇਵਾ ਕਰੀ ਸਤਿਗੁਰ ਹਰ ਖਾਏ। ਉਹਨਾਂ ਬੜੀ ਸੇਵਾ ਕੀਤੀ, ਲੰਗਰ ਪਾਣੀ ਪ੍ਰਸ਼ਾਦਾ ਬੜੀ ਸੇਵਾ ਕੀਤੀ। ਉਹਨਾਂ ਦੀ ਸੇਵਾ ਵੇਖ ਕੇ ਮਹਾਰਾਜ ਖੁਸ਼ ਹੋਏ ਜੀ ਸੱਚੇ ਪਾਤਸ਼ਾਹ। ਸੁਪਤ ਜਥਾ ਸੁਖ ਜਾਮਨੀ ਵਿਸਰਾਮ ਸੋ ਪਾਏ। ਸੋ ਫਿਰ ਮਹਾਰਾਜ ਆਰਾਮ ਕਰਨ ਲੱਗ ਪਏ ਤੇ ਵਿਸ਼ਰਾਮ ਕੀਤਾ, ਸੁੱਖ ਲਿਆ। ਅਗਲੇ ਦਿਨ ਆਨੰਦਪੁਰ ਸਾਹਿਬ ਨੂੰ ਚਾਲਾ ਪਾਇਆ ਜੀ। ਸੋ ਹੁਣ ਮਹਾਰਾਜ ਕਰਨ ਲੱਗ ਪਏ ਨੇ ਵਿਸ਼ਰਾਮ, ਤੇ ਹੁਣ ਆਪਾਂ ਲਈਏ ਖੁਸ਼ਹਾਲੀ। ਹਾਂਜੀ। ਅਗਲੀ ਕਥਾ ਕੱਲ ਨੂੰ ਸਰਵਣ ਕਰਾਂਗੇ ਜੀ। ਮਹਾਰਾਜ ਕਿਰਪਾ ਕਰਨ, ਸੇਵਾ ਕਰਿਆ ਕਰੀਏ ਰੱਜ ਕੇ, ਤੇ ਗੁਰੂ ਸਾਹਿਬ ਨੂੰ ਪ੍ਰਤੱਖ ਰੂਪ ਸਮਝਣਾ ਤੇ ਸਮਝ ਕੇ ਗੁਰੂ ਜੀ ਦੀਆਂ ਲੈਣੀਆਂ ਖੁਸ਼ੀਆਂ ਦੀ। ਹਾਂਜੀ। ਸੋ ਪਿਆਰ ਨਾਲ ਜਪੋ ਸਾਰੇ, ਸਤਿਗੁਰ ਦੇਵ ਪ੍ਰਤੱਖ ਹਰ ਮੂਰਤ ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਜਪੋ ਸਤਿਗੁਰ ਦੇਵ ਹਰ ਮੂਰਤ। ਜਪੋ ਸਾਰੇ, ਸਤਿਗੁਰ ਦੇਵ ਜੋ ਅੰਮ੍ਰਿਤ ਬਚਨ, ਜੋ ਅੰਮ੍ਰਿਤ ਬਚਨ। ਜਪੋ ਸਾਰੇ, ਸਤਿਗੁਰ ਦੇਵ
ਪਰਤਖ ਹਰ ਮੂਰਤ ਸਤਿਗੁਰ ਦੇਓ। ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸਤਿਗੁਰੂ ਜੀ ਦੇ। ਫਿਰ ਇੱਕ ਵਾਰੀ ਪੰਕਤੀ ਪੜ੍ਹ ਲਓ, ਗੱਜ ਕੇ ਪੜ੍ਹੋ। ਸਤਿਗੁਰ ਦੇਓ ਪਰਤਖ ਹਰ ਮੂਰਤ ਸਤਿਗੁਰ ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਨਾਨਕ ਭਾਗ ਭਲੇ ਤਿਸ ਜਨ ਕੇ ਜੋ ਗੁਰ ਚਰਣੀ ਚਿਤ ਲਾਵੇ। ਮਹਾਰਾਜ ਕਹਿੰਦੇ ਉਸ ਬੰਦੇ ਦੇ ਬੜੇ ਵੱਡੇ ਭਾਗ ਜਿਹੜਾ ਗੁਰੂ ਜੀ ਦੇ ਚਰਨਾਂ ਨਾਲ ਆਪਣਾ ਮਨ ਜੋੜ ਲਵੇ। ਸੋ ਗੁਰੂ ਗਰੀਬ ਨਵਾਜ ਸਾਡੇ ਤੇ ਮਿਹਰ ਕਰਨ, ਕਿਰਪਾ ਕਰਨ, ਭੁੱਲਾਂ ਦੀ ਬਖਸ਼ਿਓ ਮਾਫੀ। ਤੇ ਸਮਾਂ ਹੋ ਗਿਆ 2 ਕੁ ਵਾਰੀ ਵਾਹਿਗੁਰੂ, 5 ਵਾਰੀ ਵਾਹਿਗੁਰੂ ਵਾਹਿਗੁਰੂ ਕਹਿ ਲਈਏ ਜੀ। ਭੇਖੀਮਾ ਮੰਗਦੇ ਆ। ਵਾਹਿਗੁਰੂ 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 ਵਾਹਿਗੁਰੂ। ਮਹਾਰਾਜ ਮਿਹਰ ਕਰਨਾ, ਭੁੱਲਾਂ ਦੀ ਮਾਫੀ ਬਖਸ਼ਿਓ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸੋ